ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਥਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਸ ਕਹਿ ਕਿਰਪਾ ਦ੍ਰਿਸ਼ਟ ਪ੍ਰਭ ਦੇਖੀ, ਭਵ ਆਪਦਾ ਸਭ ਹਰੀ ਬਿਸ਼ੇਖੀ। ਆਪਣੇ ਅੰਗ ਸੰਗ ਤਹਿ ਲਾਏ, ਨਵ ਨਿਧ ਦਈ ਸਦਨ ਮਹਿ ਪਾਏ। ਅਸ ਕਹਿ ਕਿਰਪਾ ਦ੍ਰਿਸ਼ਟ ਪ੍ਰਭ ਦੇਖੀ, ਭਵ ਆਪਦਾ ਸਭ ਹਰੀ ਬਿਸ਼ੇਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗਾ ਹੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ, ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖੀ ਦੀ ਪਰਖ ਕਰਨ ਵਾਸਤੇ ਸਤਿਗੁਰੂ ਮਹਾਰਾਜ ਸਿੱਖਾਂ ਦੇ ਘਰ ਦੇ ਵਿੱਚ ਵਿਚਰ ਰਹੇ ਹਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਜੋ ਗੁਰੂ ਕਾ ਸਿੱਖ ਹੈ, ਬਾਹਰੀ ਤੌਰ ਤੇ ਹਾਲਾਤ ਉਹਦੀ ਬਹੁਤ ਜ਼ਿਆਦੀ ਖਸਤੀ ਹੈ ਮਾਇਕ ਪੱਤਰ ਕਰਕੇ, ਲੇਕਿਨ ਸਿੱਖੀ ਦੇ ਵਿੱਚ ਗੁਰੂ ਕਾ ਪਿਆਰਾ ਇੱਕਦਮ ਪਰਪੱਕ ਹੈ। ਸਤਿਗੁਰੂ ਮਹਾਰਾਜ ਜੀ ਜਦੋਂ ਉਸ ਸਿੱਖ ਦੇ ਘਰ ਦੇ ਵਿੱਚ ਜਾਂਦੇ ਹਨ, ਸਿੱਖ ਨੇ ਸਤਿਗੁਰੂ ਮਹਾਰਾਜ ਜੀ ਦਾ ਬਹੁਤ ਜ਼ਿਆਦਾ ਸਨਮਾਨ ਸਤਿਕਾਰ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਟਿਕਾਇਆ ਹੈ। ਨਾਲ ਜੋ ਸੰਗਤਾਂ ਸਨ ਮਹਾਰਾਜ ਜੀ ਦੇ, ਉਹਨਾਂ ਦਾ ਵੀ ਡੇਰਾ ਕਰਨਾ ਕੀਤਾ। ਤੇ ਘਰ ਦੇ ਵਿੱਚ ਪਿਆਰਿਓ ਜ਼ਿਆਦਾ ਪ੍ਰਬੰਧ ਨਹੀਂ ਸੀ ਅੰਨ ਧਨ ਦਾ। ਤੁਰੰਤ ਫਿਰ ਜੋ ਕੁਛ ਇਹਦੇ ਕੋਲ ਸੀ ਸਭ ਗਹਿਣਾ ਗੱਟਾ ਵੇਚ ਕਰਕੇ ਉਹਦੇ ਵੱਟੇ ਜੋ ਮਾਇਆ ਆਈ ਸੀ ਉਹਦੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਟਹਿਲ ਕਰਨੀ ਕੀਤੀ। ਫਿਰ ਪਿਆਰਿਓ ਦੂਜਾ ਦਿਨ ਜਦੋਂ ਆਇਆ, ਦੂਜਾ ਦਿਨ ਜਦੋਂ ਚੜ੍ਹਿਆ, ਫਿਰ ਘਰਵਾਲੀ ਨੇ ਆ ਕਰਕੇ ਕਹਿ ਦਿੱਤਾ ਕਿ ਘਰ ਦੇ ਵਿੱਚ ਕੁਛ ਵੀ ਨਹੀਂ ਹੈ। ਤੇ ਫਿਰ ਜੋ ਭਾਂਡੇ ਬਰਤਨ ਆਦਿਕ ਸਨ, ਜੋ ਕੁਛ ਸਰਦਾ ਬਣਦਾ ਸੀ, ਉਹ ਸਭ ਵੇਚ ਕਰਕੇ ਦੂਜੇ ਦਿਨ ਦਾ ਪ੍ਰਸ਼ਾਦਾ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਦਾ ਤੇ ਸਿੱਖਾਂ ਦਾ ਉਹ ਆਪਣੇ ਘਰ ਦੇ ਵਿੱਚ ਤਿਆਰ ਕਰਨਾ ਕੀਤਾ। ਜਦੋਂ ਉਹਦੀ ਘਰਵਾਲੀ ਸਿੱਖ ਦੀ ਪ੍ਰਸ਼ਾਦਾ ਤਿਆਰ ਕਰ ਰਹੀ ਸੀ ਤਾਂ ਉਸ ਵੇਲੇ ਕਿਸੇ ਕੰਮ ਕਰਕੇ ਉਹ ਆਸੇ-ਪਾਸੇ ਹੋ ਗਈ। ਉਹਦਾ ਜੋ ਛੋਟਾ ਬੱਚਾ ਜਿਹੜਾ ਹੈ ਉਹ ਅੱਗ ਦੇ ਵਿੱਚ, ਚੁੱਲ੍ਹੇ ਦੇ ਵਿੱਚ ਪੈ ਗਿਆ, ਜਿਸ ਕਰਕੇ ਬਹੁਤ ਪੂਰਾ ਸਰੀਰ ਜਿਹੜਾ ਹੈ ਬੱਚੇ ਦਾ ਸੜ ਗਿਆ। ਲੇਕਿਨ ਉਹਦੀ ਘਰਵਾਲੀ ਨੇ ਸਿੱਖ ਦੇ ਉਹਨੇ ਇਹ ਬਚਨ ਜਿਹੜਾ ਮਹਾਰਾਜ ਜੀ ਨੂੰ ਨਹੀਂ ਕਹਿਣਾ ਕੀਤਾ, ਕਿਉਂਕਿ ਸ਼ਰਧਾ ਭਾਵਨਾ ਸੀ। ਪਤਾ ਸੀ ਕਿ ਜੇ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਚੱਲ ਜਾਂਦਾ ਤਾਂ ਸਤਿਗੁਰੂ ਮਹਾਰਾਜ ਜੀ ਨੇ ਪ੍ਰਸ਼ਾਦਾ ਨਹੀਂ ਛਕਣਾ, ਸਾਡੀ ਸੇਵਾ ਜੋ ਹੈ ਵਿਅਰਥ ਚੱਲ ਜਾਵੇਗੀ। ਇਸ ਕਰਕੇ ਉਹਨੇ ਮਹਾਰਾਜ ਜੀ ਨੂੰ ਵੀ ਨਹੀਂ ਦੱਸਣਾ ਕੀਤਾ ਤੇ ਆਪਣੇ ਪਤੀ ਤੋਂ ਵੀ ਇਹ ਗੱਲ ਛੁਪਾ ਕਰਕੇ ਰੱਖੀ ਹੈ, ਕਿਉਂਕਿ ਘਰ ਵਾਲੇ ਨੂੰ ਵੀ ਪਤਾ ਚੱਲ ਗਿਆ ਤੇ ਉਹ ਜੇ ਬੱਚੇ ਦੇ ਵਿੱਚ ਲੱਗ ਜਾਵੇਗਾ ਤੇ ਮਹਾਰਾਜ ਜੀ ਦੀ ਸੇਵਾ ਤੋਂ ਆਪਾਂ ਵਾਂਝੇ ਰਹਿ ਜਾਵਾਂਗੇ। ਨਾਲ ਫਿਰ ਮਹਾਰਾਜ ਜੀ ਨੂੰ ਵੀ ਪਤਾ ਚੱਲ ਜਾਵੇਗਾ। ਜੇ ਮਹਾਰਾਜ ਜੀ ਨੂੰ ਪਤਾ ਚੱਲ ਗਿਆ ਕਿ ਭਾਈ ਬੱਚੇ ਦੇ ਨਾਲ ਇਹ ਕੁਛ ਭਾਣਾ ਵਰਤ ਗਿਆ ਤਾਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਸਾਡੀ ਸੇਵਾ ਨੂੰ ਅੰਗੀਕਾਰ ਨਹੀਂ ਕਰਨਾ ਹੈ। ਇੰਨੀ ਸ਼ਰਧਾ ਭਾਵਨਾ ਦੇ ਵਿੱਚ ਭੇਜ ਕਰਕੇ ਮਹਾਰਾਜ ਜੀ ਦੇ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਕਰਨਾ ਕੀਤਾ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਥਾਲ ਪਰੋਸਿਆ ਗਿਆ, ਸਤਿਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਬਚਨ ਕੀਤਾ ਕਿ ਭਾਈ ਤੁਹਾਡਾ ਬੱਚਾ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ। ਅੱਗੋਂ ਸਿੱਖ ਨੇ ਕਹਿ ਦਿੱਤਾ ਸਤਿਗੁਰੂ ਮਹਾਰਾਜ ਉਹ ਸੁੱਤਾ ਹੋਇਆ ਹੈ। ਘਰਵਾਲੀ ਨੇ ਵੀ ਕਹਿ ਦਿੱਤਾ ਮਹਾਰਾਜ ਉਹ ਖੇਡ ਕਰਕੇ ਥੱਕ ਗਿਆ, ਥਕੇਵਾਂ ਚੜ ਗਿਆ, ਉਹ ਵਿਸ਼ਰਾਮ ਕਰ ਰਿਹਾ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਉਹਨੂੰ ਜਗਾਓ, ਜਗਾ ਕਰਕੇ ਲੈ ਕੇ ਆਓ। ਤੇ ਘਰਵਾਲੀ ਨੇ ਕੋਈ ਜਵਾਬ ਨਹੀਂ ਦਿੱਤਾ, ਕਿਉਂਕਿ ਉਹਨੂੰ ਪਤਾ ਸੀ ਕਿ ਕੀ ਭਾਣਾ ਵਰਤ ਗਿਆ ਹੈ। ਉਹਨੇ ਹੱਥ ਜੋੜ ਕਰਕੇ ਕੋਈ ਬਚਨ ਨਹੀਂ ਕੀਤਾ, ਲੇਕਿਨ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਜਾਣ ਗਏ ਤੇ ਉਹਨੇ ਕਿਹਾ ਮਹਾਰਾਜ ਆਪ ਤਾਂ ਅੰਤਰਜਾਮੀ ਹੋ, ਆਪ ਜੀ ਨੂੰ ਤਾਂ ਸਭ ਪਤਾ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜੇ ਬੱਚਾ ਸੁੱਤਾ ਤੇ ਉਹਦਾ ਨਾਂ ਕੀ ਰੱਖਿਆ? ਪਰਿਵਾਰ ਵਾਲਿਆਂ ਨੇ ਕਿਹਾ ਮਹਾਰਾਜ ਲਾਲਾ ਹੈ ਉਹਦਾ ਨਾਮ। ਸਤਿਗੁਰੂ ਮਹਾਰਾਜ ਜੀ ਨੇ ਆਪ ਆਵਾਜ਼ ਦਿੱਤੀ ਕਿ ਆ ਲਾਲਿਆ ਉੱਠ ਭਾਈ, ਉੱਠ ਕਰਕੇ ਆ। ਜਦੋਂ ਮਹਾਰਾਜ ਜੀ ਨੇ ਪਿਆਰਿਓ ਇਹ ਬਚਨ ਕੀਤਾ, ਫਿਰ ਮਰਦਾ ਬਹੁਰ ਜਿਵਾਇਆ ਰਾਮ। ਜੋ ਬੱਚਾ ਮਰ ਚੁੱਕਿਆ ਸੀ ਮਹਾਰਾਜ ਜੀ ਦੇ ਬਚਨਾਂ ਕਰਕੇ ਉਹ ਜੀਵਤ ਹੋ ਗਿਆ। ਸਤਿਗੁਰੂ ਮਹਾਰਾਜ ਜੀ ਦੇ ਕੋਲ ਆਇਆ ਤੇ ਮਹਾਰਾਜ ਜੀ ਨੇ ਆਪ ਪ੍ਰਸ਼ਾਦਾ ਆਪਣਾ ਜਿਹੜਾ ਹੈ ਉਹਨੂੰ ਪ੍ਰਸ਼ਾਦਾ ਉਹਨੂੰ ਦਿੱਤਾ। ਤੇ ਮਹਾਰਾਜ ਜੀ ਨੇ ਫਿਰ ਵੇਚਣ ਦੇ ਵਾਸਤੇ ਜਦੋਂ ਜਾ ਰਿਹਾ ਸੀ, ਸਤਿਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਕਿਹਾ ਕਿ ਭਾਈ ਇਹ ਤੂੰ ਕੀ ਕਰ ਰਿਹਾ ਹੈ? ਤੇ ਸਿੱਖ ਨੇ ਕਿਹਾ ਮਹਾਰਾਜ ਆਪ ਜੀ ਦੀ ਤੇ ਸਿੱਖਾਂ ਦੀ ਸੇਵਾ ਕਰਨ ਵਾਸਤੇ ਮੈਂ ਆਪਣੇ ਬੱਚੇ ਨੂੰ ਵੇਚ ਰਿਹਾ ਹਾਂ।
ਤੇ ਇਸ ਕਰਕੇ ਇਹਨੂੰ ਬਾਜ਼ਾਰ ਲੈ ਕਰਕੇ ਜਾ ਰਿਹਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਵਾਹ ਭਾਈ ਸਿੱਖਾ, ਧੰਨ ਤੇਰੀ ਸਿੱਖੀ ਹੈ। ਮਹਾਰਾਜ ਜੀ ਨੇ ਫਿਰ ਬੱਚੇ ਨੂੰ ਸੰਬੋਧਨ ਕਰਕੇ ਕਿਹਾ ਕਿ ਦੇਖ, ਤੇਰਾ ਪਿਓ ਜਿਹੜਾ ਤੈਨੂੰ ਵੇਚਣ ਲੱਗਾ ਤੇ ਤੇਰਾ ਹੁਣ ਜੋ ਮਾਲਕ ਬਣ ਜਾਵੇਗਾ, ਉਹਦਾ ਬਚਨ ਤੈਨੂੰ ਮੰਨ ਕੇ ਚੱਲਣਾ ਪਵੇਗਾ। ਜੇ ਉਹ ਪਾਣੀ ਦੀ ਮੰਗ ਕਰੇ, ਉਹਨੂੰ ਪਾਣੀ ਦੇਣਾ ਪਵੇਗਾ ਪ੍ਰਸ਼ਾਦੇ ਦਾ। ਹਰ ਪੱਖ ਦੇ ਨਾਲ ਉਹਦੀ ਤੂਨੇ ਸੇਵਾ ਕਰਨੀ ਹੈ। ਤਾਂ ਬੱਚੇ ਨੇ ਕਿਹਾ, ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਂ ਤਾਂ ਹੁਣ ਵਿਕ ਗਿਆ ਹਾਂ। ਜਿਹੜਾ ਮੇਰਾ ਮਾਲਕ ਹੋਵੇਗਾ ਤੇ ਮੈਂ ਉਹਦੀ ਵੱਧ ਚੜ ਕਰਕੇ ਗੁਲਾਮ ਬਣ ਕਰਕੇ ਸੇਵਾ ਕਰਾਂਗਾ। ਸੋ ਇਸ ਪ੍ਰਥਾਏ, ਇਸ ਪ੍ਰਪੇਖ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਾਰੂ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਨਾ ਕੀਤਾ ਕਿ ਆ ਕੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਜਿਸ ਤਰ੍ਹਾਂ ਭਾਈ ਤੂੰ ਗੁਲਾਮ ਬਣਨ ਵਾਸਤੇ ਜਾ ਰਿਹਾ, ਲਾਲਾ ਬਣਨ ਵਾਸਤੇ ਜਾ ਰਿਹਾ, ਇਸ ਤਰ੍ਹਾਂ ਹੀ ਅਸੀਂ ਵੀ ਉਹ ਪ੍ਰਮਾਤਮਾ ਦੇ ਦਰ ਦੇ ਗੁਲਾਮ ਹਾਂ। ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਤੇ ਅਸੀਂ ਵੀ ਉਸ ਪ੍ਰਮਾਤਮਾ ਦੇ ਦਰ ਦੇ ਗੁਲਾਮ ਹਾਂ, ਸੇਵਕ ਹਾਂ। ਸੇਵਾ ਕਰਨੀ ਇਹ ਸਾਡਾ ਫਰਜ਼ ਹੈ। ਫਿਰ ਵੀ ਸਾਡੇ ਵਿੱਚ ਕੋਈ ਗੁਣ ਨਹੀਂ ਹੈ, ਔਗੁਣਾਂ ਦੇ ਨਾਲ ਭਰੇ ਹੋਏ ਹਾਂ। ਸਤਿਗੁਰੂ ਮਹਾਰਾਜ ਜੀ ਨੇ ਅਖੀਰ ਦੀਆਂ ਪੰਕਤੀਆਂ ਦੇ ਵਿੱਚ ਬਚਨ ਕੀਤਾ ਕਿ ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ। ਆਦ ਜੁਗਾਦ ਦਇਆ ਪਤ ਦਾਤਾ ਤੁਧ ਬਿਨ ਮੁਕਤ ਨਾ ਪਾਈ। ਕਿ ਅਸੀਂ ਤਾਂ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ, ਲੇਕਿਨ ਫਿਰ ਵੀ ਸਾਡਾ ਜੋ ਮਾਲਕ ਹੈ, ਖਾਵੰਦ ਹੈ, ਉਹ ਬਹੁਤ ਵੱਡਾ ਹੈ। ਉਹਦੀ ਵਡਿਆਈ ਬਹੁਤ ਵੱਡੀ ਹੈ, ਉਹ ਸਾਨੂੰ ਬਖਸ਼ ਲੈਂਦਾ। ਤੇ ਆਦ ਜੁਗਾਦ ਉਹ ਦਇਆ ਪਤ ਦਾਤਾ ਹੈ। ਤੇ ਤੁਧ ਬਿਨ ਮੁਕਤ ਨਾ ਪਾਈ, ਉਹ ਤੋਂ ਬਗੈਰ ਕੋਈ ਬੰਦਾ ਮੁਕਤੀ ਦੀ ਪ੍ਰਾਪਤੀ ਨਹੀਂ ਕਰ ਸਕਦਾ। ਕਹਿਣ ਦਾ ਭਾਵ ਕਿ ਕੋਈ ਇਹ ਨਾ ਕਵੇ ਕਿ ਹਾਂ ਜੀ ਮੈਂ ਗੁਲਾਮ ਹਾਂ ਗੁਰੂ ਘਰ ਦਾ, ਮੈਨੇ ਸੇਵਾ ਕੀਤੀ ਹੈ, ਮੈਨੇ ਸਿਮਰਨ ਕਰਨਾ ਕੀਤਾ ਤਾਂ ਜਾ ਕਰਕੇ ਮੈਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਈ। ਲੇਕਿਨ ਪਿਆਰਿਓ, ਮਹਾਰਾਜ ਜੀ ਨੇ ਕਿਹਾ ਇਹ ਤਾਂ ਅਹੰਕਾਰ ਦੀ ਭਾਵਨਾ ਹੈ। ਇਹ ਭਾਵਨਾ ਰੱਖਣੀ ਚਾਹੀਦੀ ਹੈ ਕਿ ਅਸੀਂ ਤਾਂ ਅਲਪ ਮਤ ਹਾਂ, ਅਸੀਂ ਮੂੜ ਹਾਂ, ਮੁਗਧ ਹਾਂ। ਉਹਦੀ ਵਡਿਆਈ ਵੱਡੀ ਹੈ। ਜੇ ਰੱਬ ਦੀ ਕਿਰਪਾ ਹੋ ਜਾਵੇ ਤੇ ਵੱਡੇ ਵੱਡੇ ਜੋ ਨਿਰਗੁਣੇ ਹਨ, ਮੂਰਖ ਮਤੀਏ ਹਨ, ਉਹਨਾਂ ਦਾ ਪ੍ਰਮਾਤਮਾ ਉਧਾਰ ਕਰ ਦਿੰਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, ਜਿਹਦੀ ਵਿਚਾਰ ਪਿਆਰਿਓ ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਉਹਨੂੰ ਸਰਵਣ ਕੀਤਾ ਸੀ। ਆਓ ਪਿਆਰਿਓ, ਅਗਲੀ ਆਉਣ ਵਾਲੀ ਜੋ ਲੜੀਵਾਰ ਕਥਾ ਹੈ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਸ ਕਹਿ ਕਿਰਪਾ ਦ੍ਰਿਸ਼ਟ ਪ੍ਰਭ ਦੇਖੀ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਇਸ ਪ੍ਰਥਾਏ, ਇਸ ਪ੍ਰਪੇਖ ਦੇ ਵਿੱਚ ਉਚਾਰਨ ਕਰਕੇ ਕਿਰਪਾ ਦ੍ਰਿਸ਼ਟੀ ਦੇ ਨਾਲ ਉਹ ਸਿੱਖ ਦੇ ਪਰਿਵਾਰ ਦੇ ਵਲਮਾ ਸੰਸਾਰ ਦੇ ਵਿੱਚ ਜੋ ਵਿਪਤਾ ਪਈ ਹੋਈ ਸੀ, ਮਾਇਕ ਪੱਧਰ ਤੇ ਬਹੁਤ ਖਸਤੀ ਹਾਲਾਤ ਸੀ ਨਾ ਸਿੱਖ ਦੀ, ਮਾਇਆ ਦੇ ਪੱਖੋਂ ਬਹੁਤ ਜ਼ਿਆਦਾ ਜੋ ਗਰੀਬ ਸੀ। ਬੇਸ਼ੱਕ ਸਿੱਖੀ ਪੱਖੋਂ ਜੇ ਆਪਾਂ ਵੇਖਦੇ ਹਾਂ ਸਿੱਖ ਨੂੰ, ਤਾਂ ਸਿੱਖੀ ਪੱਖੋਂ ਤਾਂ ਬਹੁਤ ਚੜ੍ਹਦੀ ਕਲਾ, ਬਹੁਤ ਅਮੀਰੀ ਸੀ, ਲੇਕਿਨ ਸੰਸਾਰੀ ਪੱਖ ਕਰਕੇ ਹਾਲਾਤ ਠੀਕ ਨਹੀਂ ਸੀ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਦੀ ਜਿੰਨੀ ਜੋ ਆਪਦਾ ਜੋ ਸੀ, ਵਿਪਤਾ ਦੇ ਵਿੱਚ ਜੋ ਸਿੱਖ ਪਿਆ ਹੋਇਆ, ਉਹਦੀ ਨਿਵਰਤੀ ਕਰਨੀ ਕੀਤੀ।
ਆਪਣੇ ਅੰਗ ਸੰਗ ਤਹਿਲਾਏ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਅੰਗ ਦੇ ਨਾਲ ਭਾਵ ਕੇ ਉਹ ਸਿੱਖ ਨੂੰ, ਉਹਦੇ ਬੱਚੇ ਨੂੰ, ਉਹਦੀ ਕਮਾਈ ਵੇਖ ਕਰਕੇ ਸਤਿਗੁਰੂ ਮਹਾਰਾਜ ਅਸ਼ ਅਸ਼ ਕਹਿ ਉੱਠੇ ਤੇ ਨਾਲ ਉਹਨਾਂ ਨੂੰ ਆਪਣੀ ਗਲਵਕੜੀ ਲੈਣਾ ਕੀਤਾ। ਨੌ ਨਿਤ ਦਈ ਸਦਨ ਮਹਿਪਾਲ। ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਜੀ ਨੇ 9 ਨਿਧੀਆਂ ਤੇ 18 ਸਿੱਧੀਆਂ ਜੋ ਹਨ ਉਹ ਸਿੱਖ ਦੇ ਘਰ ਦੇ ਵਿੱਚ ਭਰਪੂਰ ਕਰ ਦਿੱਤੀਆਂ। ਭਾਵ ਕੇ ਸਿੱਖ ਹੁਣ ਮਾਇਕ ਪੱਧਰ ਕਰਕੇ ਸੰਸਾਰੀ ਤੌਰ ਤੇ ਵੀ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ। ਚਤੁਰ ਪਦਾਰਥ ਛਿਨ ਮਹਿਦੀ ਨੇ। ਸਤਿਗੁਰੂ ਮਹਾਰਾਜ ਜੀ ਨੇ 4 ਪਦਾਰਥ ਜੋ ਹਨ ਉਹ ਤੁਰੰਤ ਇੱਕ ਛਿਣ ਦੇ ਵਿੱਚ ਹੀ ਮਹਾਰਾਜ ਜੀ ਨੇ ਦੇ ਦਿੱਤੇ। ਕਿਉਂਕਿ ਇਹ ਜੋ 4 ਪਦਾਰਥ ਹਨ ਇਹਦੀ ਪ੍ਰਾਪਤੀ ਕਰਨ ਵਾਸਤੇ ਪਿਆਰਿਓ ਬਹੁਤ ਜ਼ੱਦੋ ਜ਼ਹਿਦ ਕਰਨੀ ਪੈਂਦੀ ਹੈ। ਮਹਾਰਾਜ ਜੀ ਨੇ ਕਿਹਾ ਨਾ 4 ਪਦਾਰਥ ਜੀ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜਿਹੜਾ ਵੀ ਪਿਆਰਿਓ ਸਾਧੂਆਂ ਦੀ, ਸਤਿਗੁਰੂ ਮਹਾਰਾਜ ਜੀ ਦੀ ਗੁਰੂ ਘਰ ਦੇ ਵਿੱਚ ਜਾਂ ਸੰਗਤ ਦੀ ਆ ਕਰਕੇ ਸੇਵਾ ਕਰਦਾ ਤੇ ਉਹਨੂੰ 4 ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਗੁਰੂ ਕੇ ਸਿੱਖ ਨੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨੀ ਕੀਤੀ। ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਤਪ ਕਰਕੇ ਤੁਰੰਤ ਧਰਮ, ਅਰਥ, ਕਾਮ ਅਰ ਮੋਖ ਇਹ 4 ਪਦਾਰਥ ਦੇ ਦਿੱਤੇ। ਜੀਵਨ ਮੁਕਤ ਸੋ ਤੀਨੋਂ ਕੀਨੇ। ਫਿਰ ਨਾਲ ਪਿਆਰਿਓ ਜੀਵਨ ਮੁਕਤ ਵੀ ਜਿਹੜਾ ਹੈ ਉਹ ਸਿੱਖ ਨੂੰ ਕਰ ਦਿੱਤਾ। ਇਸ ਪ੍ਰਕਾਰ ਕਰ ਤਿਨਹਿ ਨਿਹਾਲਾ। ਇਸ ਤਰ੍ਹਾਂ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਦਾ ਉਧਾਰ ਕਰਨਾ ਕੀਤਾ, ਉਹਨਾਂ ਨੂੰ ਨਿਹਾਲ ਕਰਨਾ ਕੀਤਾ। ਜਿਹੜਾ ਸਿੱਖ ਆਪਣੇ ਬੱਚੇ ਨੂੰ ਸਤਿਗੁਰੂ ਮਹਾਰਾਜ ਜੀ ਦੀ ਟਹਿਲ ਵਾਸਤੇ ਵੇਚਣ ਵਾਸਤੇ ਜਾ ਰਿਹਾ ਸੀ ਨਾ, ਕਾਦੇ ਵਾਸਤੇ? ਕਿਉਂਕਿ ਘਰ ਦੇ ਵਿੱਚ ਮਾਇਆ ਦੀ ਕਮਤਰਤਾ ਸੀ। ਜੇ ਮਾਇਆ ਹੋਵੇ ਤਾਂ ਹੀ ਤਾਂ ਪਿਆਰਿਓ ਆਪਾਂ ਗੁਰੂ ਘਰ ਦੇ ਵਿੱਚ ਸੇਵਾ ਕਰ ਸਕਦੇ ਹਾਂ। ਸ੍ਰੀ ਸਰਬਲੋ ਪ੍ਰਕਾਸ਼ ਦੇ ਵਿੱਚ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਮਾਇਆ ਦੀ ਉਸਤਤੀ ਕਰਨੀ ਕੀਤੀ। ਕਿਹਾ ਕਿ ਆਦ ਭਵਾਨੀ ਈਸ਼ਵਰੀ ਮਾਇਆ ਜਾ ਕਉ ਨਾਮ ਇਨ ਬਿਨ ਸਰੈ ਨਾ ਏਕ ਛਿਣ ਪੂਰਨ ਹੋਤ ਨਾ ਕਾਮ। ਬੇਸ਼ੱਕ ਪਿਆਰਿਓ ਇੱਕ ਛਿਣ ਵੀ ਜਿਹੜਾ ਹੈ ਮਾਇਆ ਤੋਂ ਬਗੈਰ ਜੀਵ ਦਾ ਨਹੀਂ ਸਰਦਾ। ਇੱਕ ਸੈਕਿੰਡ ਵੀ ਹਰ ਜੋ ਆਪਾਂ ਕੰਮ ਕਰਦੇ ਆਂ ਪਿਆਰਿਓ ਮਾਇਆ ਜਿਹੜੀ ਹੈ, ਜਦੋਂ ਤੱਕ ਆਪਾਂ ਸੰਸਾਰ ਦੇ ਵਿੱਚ ਰਹਿੰਦੇ ਆਂ ਤੇ ਸੰਸਾਰ ਦੇ ਵਿੱਚ ਵਿਚਰਦੇ ਆਂ, ਮਾਇਆ ਜਿਹੜੀ ਹੈ ਇਹ ਜ਼ਰੂਰੀ ਹੈ। ਇਹ ਕਾਰ ਵਾਸਤੇ, ਕਿਰਤ ਬਿਰਤ ਵਾਸਤੇ, ਇਹ ਆਪਣੇ ਨਿਰਵਾਹ ਵਾਸਤੇ ਮਾਇਆ ਦੀ ਪਿਆਰਿਓ ਬਹੁਤ ਜ਼ਿਆਦੀ ਲੋੜ ਪੈਂਦੀ ਹੈ। ਤੇ ਇਹ ਵੀ ਕਿਹਾ ਨਾ ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਕੋਈ ਵੀ ਕੰਮ ਕਰਨਾ ਨਾ, ਜੇ ਭਾਵੇਂ ਅਧਾਰਮਿਕ ਕੰਮ ਕਰਨਾ ਕਰੋ, ਜੇ ਗਲਤ ਕੰਮ ਕਰਨਾ ਹੈ ਤਾਂ ਵੀ ਪਿਆਰਿਓ ਮਾਇਆ ਦੀ ਲੋੜ ਹੈ। ਜੇ ਚੰਗੇ ਕੰਮ ਕਰਨਾ, ਗੁਰੂ ਘਰ ਦੇ ਵਿੱਚ ਆਉਣਾ, ਸੇਵਾ ਕਰਨੀ ਹੈ ਤਾਂ ਵੀ ਪਿਆਰਿਓ ਮਾਇਆ ਦੀ ਲੋੜ ਹੁੰਦੀ ਹੈ। ਕਈ ਵਾਰੀ ਦੇਖੋ ਜਿਹੜੇ ਜਿਗਿਆਸੂ ਹੁੰਦੇ ਹਨ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੀ ਬਹੁਤ ਜ਼ਿਆਦੀ ਪਿਆਸ ਹੁੰਦੀ ਹੈ। ਜਿਸ ਤਰ੍ਹਾਂ ਕਿ ਕੋਈ ਪੰਜਾਬ ਆਦਿਕ ਇਲਾਕਿਆਂ ਦੇ ਵਿੱਚ ਜੋ ਗੁਰੂ ਕੇ ਸਿੱਖ ਰਹਿੰਦੇ, ਮਨ ਦੇ ਵਿੱਚ ਬਹੁਤ ਜ਼ਿਆਦੀ ਤਾਂਘ ਹੁੰਦੀ ਹੈ ਕਿ ਅਸੀਂ ਚੱਲੀਏ, ਚੱਲ ਕਰਕੇ ਤਖਤ ਸਾਹਿਬ ਜੀ ਦੇ ਦਰਸ਼ਨ ਕਰਨਾ ਕਰੀਏ। ਜੇ ਪਿਆਰਿਓ ਉਹਦੇ ਕੋਲ ਮਾਇਆ ਨਾ ਹੋਵੇ ਤੇ ਉਹ ਕਦੇ ਬਹੁਤ ਘੱਟ, ਉਹ ਯਾਤਰਾ ਕਰਨਾ ਵੀ ਬਹੁਤ ਜ਼ਿਆਦਾ ਕਠਿਨ ਹੋ ਜਾਂਦਾ। ਭਾਵ ਕਿ ਗੁਰੂ ਘਰ ਦੇ ਵਿੱਚ ਆਉਣਾ ਕੋਲ ਆ ਜਾਵੇ ਤੇ ਫਿਰ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਉਹ ਫਿਰ ਮਾਇਆ ਧਾਰੀ ਹੋ ਕਰਕੇ ਅੰਨਾ ਬੋਲਾ ਹੋ ਜਾਂਦਾ, ਉਹ ਇੱਕਦਮ ਅਹੰਕਾਰੀ ਬਣ ਜਾਂਦਾ। ਲੇਕਿਨ ਕਦੇ ਗੁਰਮੁਖਾਂ ਦੇ ਕੋਲ ਆ ਜਾਵੇ ਮਾਇਆ ਤਾਂ ਮਹਾਰਾਜ ਜੀ ਨੇ ਕਿਹਾ ਨਾ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਣੀ ਲਾਗੇ ਤਾਂ ਮਹਿਲ ਪਾਵੇ। ਤੇ ਮਾਇਆ ਜੋ ਹੈ ਦਾਸੀ ਬਣ ਕਰਕੇ ਭਗਤਾਂ ਦੀ ਕਾਰਜ ਜੋ ਹਨ ਉਹ ਰਾਸ ਕਰਦੀ ਹੈ। ਬਹੁਰੂ ਗਮਨੇ ਪ੍ਰਭੂ ਕਿਰਪਾਲਾ। ਸਤਿਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਨਿਹਾਲ ਕਰਨਾ ਕੀਤਾ। 4 ਪਦਾਰਥ ਦੇ ਦਿੱਤੇ ਹਨ, ਇਹਦੇ ਵਿੱਚ ਅਰਥ ਵੀ ਆ ਗਿਆ, ਕਾਮ ਵੀ ਆ ਗਿਆ ਤੇ ਫਿਰ ਧਰਮ ਵੀ ਆ ਗਿਆ ਤੇ ਮੋਖ ਵੀ ਆ ਗਿਆ। ਸਾਰੇ ਪਦਾਰਥ ਜੋ ਹਨ ਮਹਾਰਾਜ ਜੀ ਨੇ ਕਿਹਾ ਨਾ ਕਿ ਜੋ ਤਾ ਸਭ ਸੁਖ ਇਤ ਉਤ ਤੁਮ ਬੰਛਾ ਹੋ, ਗੁਰੂ ਗੁਰ ਗੁਰੂ ਗੁਰ ਕਰਹੁ ਗੁਰੂ ਹਰਿ ਧਿਆਈਐ।
ਜੇ ਭਾਈ ਸੰਸਾਰ ਦੇ ਵਿੱਚ, ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਜੇ ਤੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਕਰਨਾ ਚਾਹੁੰਦਾ ਤਾਂ ਤੂੰ ਗੁਰੂ ਦਾ ਜਾਪ ਕਰਨਾ ਕਰ। ਇਸ ਤਰ੍ਹਾਂ ਸਿੱਖ ਨੇ ਗੁਰੂ ਦਾ ਜਾਪ ਕਰਨਾ ਕੀਤਾ ਤੇ ਮਹਾਰਾਜ ਜੀ ਨੇ ਉਹਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਕੀਤਾ ਹੈ। ਫਿਰ ਮਹਾਰਾਜ ਜੀ ਨੇ ਇਹ ਸਿੱਖ ਪਰਿਵਾਰ ਦਾ ਉਧਾਰ ਕਰਕੇ ਅੱਗੇ ਸਤਿਗੁਰੂ ਮਹਾਰਾਜ ਜੀ ਜਾ ਰਹੇ ਹਨ। ਅਪਰ ਗ੍ਰਾਮ ਮਹਿ ਬੈਠੇ ਜਾਈ, ਉਥੋਂ ਚੱਲ ਕਰਕੇ ਸਿੱਖਾਂ ਦੀ ਤੇ ਸਿੱਖੀ ਦੀ ਪਰਖ ਕਰਨ ਵਾਸਤੇ, ਕਿਉਂਕਿ ਦਾਸ ਨੇ ਪਿਆਰਿਓ ਪਹਿਲਾਂ ਵੀ ਆਪ ਜੀ ਨੂੰ ਇਸ ਪ੍ਰਥਾਏ ਬੇਨਤੀ ਕੀਤੀ ਸੀ ਕਿ ਜੋ ਰਾਜੇ ਮਹਾਰਾਜੇ ਜੋ ਸਿਆਣੇ ਹੁੰਦੇ ਹਨ ਉਹ ਪ੍ਰਜਾ ਪਾਲਕ ਆਪਣੀ ਪ੍ਰਜਾ ਨੂੰ ਵੇਖਣ ਦੇ ਵਾਸਤੇ ਕਈ ਵਾਰੀ ਰੂਪ ਵਟਾ ਕਰਕੇ, ਭੇਸ ਵਟਾ ਕਰਕੇ ਅਚਨਚੇਤ ਉਹਨਾਂ ਦੇ ਕੋਲ ਪਹੁੰਚ ਜਾਂਦੇ, ਤਾਂ ਜਾ ਕਰਕੇ ਜ਼ਮੀਨੀ ਹਕੀਕਤ ਜੋ ਹੈ ਤਾਂ ਜਾ ਕਰਕੇ ਤੁਹਾਨੂੰ ਪਤਾ ਲੱਗੇਗਾ। ਹਾਂ, ਤੁਸੀਂ ਇੱਕ ਪਾਸੇ ਬੈਠ ਜਾਓ, ਇੱਥੇ ਕੀ ਹੋ ਰਿਹਾ ਹੈ, ਇੱਥੇ ਕੀ ਚੱਲ ਰਿਹਾ ਉਹ ਤੁਹਾਨੂੰ ਪਤਾ ਨਹੀਂ ਲੱਗੇਗਾ। ਫਿਰ ਕੀ ਹੁੰਦਾ ਕਿ ਕਈ ਜਿਹੜੇ ਕੰਨ ਭਰਨ ਵਾਲੇ, ਜੋ ਚਾਪਲੂਸੀ ਕਰਨ ਵਾਲੇ, ਉਹ ਚਾਪਲੂਸੀ ਕਰ ਜਾਂਦੇ ਹਨ। ਉਹ ਕਹਿ ਦਿੰਦੇ ਰਾਜਾ ਜੀ ਕੋਈ ਗੱਲ ਨਹੀਂ ਹੈ, ਤੁਸੀਂ ਉੱਥੇ ਹੀ ਬੈਠੇ ਰਹੋ, ਉੱਥੇ ਤੁਸੀਂ ਵਧੀਆ ਹੈ, ਇੱਥੇ ਸਭ ਠੀਕ ਹੈ, ਅਸੀਂ ਵੇਖ ਰਹੇ ਹਾਂ ਨਾ। ਇਸ ਤਰ੍ਹਾਂ ਪਿਆਰਿਓ ਕੰਮ ਹੁੰਦਾ। ਲੇਕਿਨ ਜੋ ਸਿਆਣਾ ਹੁੰਦਾ, ਨਾ ਜੋ ਆਗੂ ਹੁੰਦਾ, ਸਮਝਦਾਰ ਜੋ ਰਾਜਾ ਹੁੰਦਾ, ਉਹ ਪਿਆਰਿਓ ਨਾਲ ਦਿਆਂ ਦੇ ਉੱਤੇ ਜ਼ਿਆਦਾ ਯਕੀਨ ਨਹੀਂ ਕਰਦਾ। ਉਹ ਵੇਖਦਾ ਕਿ ਭਾਈ ਹਾਂ ਇਹ ਜੋ ਬੋਲ ਰਿਹਾ ਉਹ ਸਭ ਕੁਝ ਹੋ ਰਿਹਾ ਕਿ ਨਹੀਂ ਹੋ ਰਿਹਾ। ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਵਾਸਤੇ ਕਈ ਵਾਰੀ ਉਹ ਆਪ ਉਤਰਦੇ ਹਨ, ਆਪ ਜਾ ਕਰਕੇ ਇਹਦੀ ਪੜਚੋਲਣਾ ਕਰਦੇ। ਸਤਿਗੁਰੂ ਮਹਾਰਾਜ ਜੀ ਨੇ ਵੀ ਇੰਜੀ ਪਿਆਰਿਓ ਕਿ ਸਿੱਖੀ ਦਾ ਤਾਂ ਪ੍ਰਚਾਰ ਹੋ ਰਿਹਾ ਹੈ। ਹੁਣ ਸਿੱਖ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਉਹਨਾਂ ਦੇ ਉੱਤੇ ਸਿੱਖੀ ਦਾ ਪ੍ਰਭਾਵ ਪੈ ਗਿਆ ਜਾਂ ਪੈ ਰਿਹਾ ਹੈ, ਇਹ ਵੇਖਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਅਗਲੇ ਪਿੰਡ, ਅਗਲੇ ਨਗਰ ਦੇ ਵਿੱਚ ਦੌਰਾ ਕੀਤਾ। ਉਤੋਂ ਸਿੱਖ ਇੱਕ ਤਹਾਂ ਬਸਾਈ, ਉੱਥੇ ਇੱਕ ਗੁਰੂ ਕਾ ਸਿੱਖ ਰਹਿੰਦਾ ਹੈ। ਜਾਏ ਜੋ ਸੰਤ ਤਾਹਿ ਕਰ ਕੋਈ, ਉਹ ਸਿੱਖ ਜਿਹੜਾ ਉਹਦੀ ਵੀ ਪਿਆਰਿਓ ਇੱਕ ਮਰਿਆਦਾ ਸੀ। ਜਿਹੜਾ ਵੀ ਕੋਈ ਸੰਤ ਮਹਾਂਪੁਰਖ ਜਿਹੜਾ ਹੈ ਉੱਚ ਜੀਵਨ ਵਾਲਾ, ਜਿਹੜਾ ਵੀ ਉਹਦੇ ਘਰ ਦੇ ਵਿੱਚ ਚੱਲ ਜਾਵੇ, ਹਿਤ ਤਰ ਸੇਵਾ ਕਰਹਿ ਸੋਈ, ਬਹੁਤ ਹਿਤ ਧਾਰਨ ਕਰਕੇ, ਸ਼ਰਧਾ ਭਾਵਨਾ ਧਾਰਨ ਕਰਕੇ ਉਹਦੀ ਉਹ ਸੇਵਾ ਕਰਿਆ ਕਰਦਾ। ਹੁਣ ਸੋ ਕਰਹਿ ਪ੍ਰਸ਼ਨ ਬਨਾਈ, ਫਿਰ ਉਹ ਕੀ ਕਰਦਾ ਕਿ ਸੇਵਾ ਕਰਕੇ ਉਹਨਾਂ ਮਹਾਂਪੁਰਖਾਂ ਨੂੰ ਪੁੱਛਦਾ ਹੈ। ਸਾਧ ਮਿਲੇ ਫਲ ਦੇਹੁ ਬਤਾਈ, ਪੁੱਛਦਾ ਕਿ ਮਹਾਂਪੁਰਖੋ ਦੱਸਣਾ ਕਰੋ। ਸੁਣੀਦਾ ਹੈ ਕਿ ਭਾਈ ਜਦੋਂ ਸਾਧੂ ਮਿਲ ਜਾਵੇ, ਜਦੋਂ ਕੋਈ ਸੰਤ ਮਿਲ ਜਾਵੇ, ਉਹਦਾ ਬਹੁਤ ਵੱਡਾ ਮਹਾਤਮ ਫਲ ਦੀ ਪ੍ਰਾਪਤੀ ਹੁੰਦੀ ਹੈ। ਕੀ ਫਲ ਦੀ ਪ੍ਰਾਪਤੀ ਹੁੰਦੀ ਹੈ? ਸਾਧੂਆਂ ਦੇ, ਸੰਤਾਂ ਦੇ ਦਰਸ਼ਨ ਕਰਨ ਕਰਕੇ। ਇਹ ਆਪ ਜੀ ਸਾਨੂੰ ਦੱਸਣਾ ਕਰੋ ਜੀ। ਤਿਸਕੀ ਮਨਸ਼ਾ ਪੂਰਨ ਕਾਜਾ, ਉਸ ਸਿੱਖ ਦੀ ਮਨਸ਼ਾ ਨੂੰ ਪੂਰਾ ਕਰਨ ਵਾਸਤੇ, ਕਿਉਂਕਿ ਜੋ ਸਾਧੂ ਸੰਤ ਆਵੇ ਉਹ ਸਿੱਖ ਹੁੰਦੀ ਹੈ, ਇਹ ਉਹ ਕਹਿ ਕਰਕੇ ਟਾਲ ਦਿੰਦੇ, ਲੇਕਿਨ ਉਹਦੀ ਤਸੱਲੀ ਨਹੀਂ ਹੋਈ। ਹੁਣ ਸਤਿਗੁਰੂ ਮਹਾਰਾਜ ਉਹਦੀ ਤਸੱਲੀ ਤੇ ਉਹਦੀ ਪਰਖ ਕਰਨ ਵਾਸਤੇ ਗਮਨੇ ਸਦਨ ਗਰੀਬ ਨਿਵਾਜਾ, ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਕਿਉਂਕਿ ਸੰਸਾਰ ਜੋ ਹੈ ਪਿਆਰਿਓ ਅਮੀਰ ਨਿਵਾਜ ਹੈ, ਅਮੀਰਾਂ ਨੂੰ ਨਿਵਾਜਣ ਵਾਲਾ ਹੈ ਸੰਸਾਰ। ਜਦੋਂ ਲੋਕਾਂ ਨੂੰ ਪਤਾ ਚੱਲ ਜਾਵੇ ਕਿ ਭਾਈ ਇਹ ਮਾਇਆਧਾਰੀ ਹੈ, ਹਰ ਕੋਈ ਉਹਨੂੰ ਨਿਵਾਜਦਾ, ਕਹਿੰਦਾ ਜੀ ਆਓ ਜੀ ਬੈਠੋ, ਉਹਦੀ ਸੇਵਾ ਕਰਦਾ, ਉਹਦੇ ਅੱਗੇ ਆਪਾਂ ਅੱਗੇ ਪਿੱਛੇ ਦੌੜਦੇ ਆ। ਲੇਕਿਨ ਪਤਾ ਲੱਗ ਜਾਵੇ ਕਿ ਭਾਈ ਇਹਦੇ ਕੋਲ ਹੈ ਕੱਖ ਨਹੀਂ, ਇਹ ਤਾਂ ਗਰੀਬ ਹੈ, ਤੇ ਉਹਨੂੰ ਪਿਆਰਿਓ ਕੋਈ ਨਹੀਂ ਪੁੱਛਦਾ। ਬਾਹਰ ਦੀ ਤਾਂ ਗੱਲ ਛੱਡ ਦਿਓ, ਮੰਦਰਾਂ ਦੇ ਵਿੱਚ ਜਾਵੇ, ਧਾਰਮਿਕ ਅਸਥਾਨਾਂ ਦੇ ਵਿੱਚ ਇਹੋ ਜਿਹੇ ਲੋਕ ਜਾਣ ਤਾਂ ਪਿਆਰਿਓ ਅਮੀਰ ਨਿਵਾਜ, ਉਹਨਾਂ ਦੀ ਨਿਵਾਜੀ ਕੀਤੀ ਜਾਂਦੀ ਹੈ ਤੇ ਗਰੀਬ ਨੂੰ ਕੋਈ ਲਾਗੇ ਨਹੀਂ ਲੱਗਣ ਦਿੰਦਾ। ਕਹਿੰਦਾ ਚੱਲ ਭਾਈ ਉੱਥੇ ਚੱਲ ਜਾ, ਇਹ ਕਰ। ਲੇਕਿਨ ਗੁਰੂ ਘਰ ਦੇ ਵਿੱਚ ਪਿਆਰਿਓ ਇਹੋ ਜਿਹੀ ਕੋਈ ਦ੍ਰਿਸ਼ਟੀ ਨਹੀਂ ਹੈ। ਆਮ ਆਪਾਂ ਤੱਕਦੇ ਹਾਂ ਕਈ ਪਾਸੇ ਧਾਰਮਿਕ ਅਸਥਾਨਾਂ ਤੇ ਜਾਓ, ਉੱਥੇ ਫਿਰ ਲਾਈਨਾਂ ਲੱਗੀਆਂ ਹੋਈਆਂ ਹੁੰਦੀਆਂ। ਉਹ ਕਹਿ ਦਿੰਦੇ ਕਿ ਭਾਈ ਇੰਨੀ ਮਾਇਆ ਦਿਓ, ਤੁਹਾਨੂੰ ਵਿਸ਼ੇਸ਼ ਦਰਸ਼ਨ ਕਰਾਏ ਜਾਣਗੇ, ਇੰਨੀ ਮਾਇਆ ਦਿਓ, ਤੁਹਾਨੂੰ ਇੰਨਾ ਲਾਗੇ ਲੈ ਕੇ ਜਾਵੇ, ਲਾਗੇ ਲੈ ਕੇ ਜਾਣਗੇ।
ਜਾਂ ਤੁਹਾਨੂੰ ਤੁਰੰਤ ਦਰਸ਼ਨ ਹੋਣਗੇ। ਜਿਹਦੇ ਕੋਲ ਮਾਇਆ ਨਹੀਂ ਹੈ, ਜੋ ਗਰੀਬ ਹੈ, ਉਹਨੂੰ ਲਾਂਬੇ ਕਰ ਦਿੰਦੇ, ਚੱਲ ਭਾਈ ਲਾਈਨ ਲੱਗ, 10 ਘੰਟੇ 2-4 ਦਿਨ ਲੱਗ ਜਾਣਗੇ। ਇਸ ਤਰ੍ਹਾਂ ਪਿਆਰਿਓ ਸੰਸਾਰ ਦੀ ਜੋ ਦ੍ਰਿਸ਼ਟੀ ਹੈ ਇਹ ਅਮੀਰ ਨਿਵਾਜ ਹੈ, ਲੇਕਿਨ ਗੁਰੂ ਘਰ ਜਿਹੜਾ ਪਿਆਰਿਓ ਇਹ ਗਰੀਬ ਨਿਵਾਜ ਹੈ, ਕਿਉਂਕਿ ਗਰੀਬ ਨਿਵਾਜ ਬਿਰਧ ਸਤਿਗੁਰੂ ਮਹਾਰਾਜ ਜੀ ਦਾ ਹੈ। ਸਾਦਰ ਬੰਦੇ ਪਦ ਅਰਬਿੰਦਾ। ਜਦੋਂ ਸਿੱਖ ਨੇ ਵੇਖਿਆ ਕਿ ਸਤਿਗੁਰੂ ਮਹਾਰਾਜ ਆਏ, ਸਤਿਕਾਰ ਦੇ ਨਾਲ ਬੰਦਨਾ ਕੀਤੀ। ਬੈਠਾਰੇ ਕਰ ਹਿਰਦੇ ਆਨੰਦਾ। ਮਨ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਹੈ, ਚਾਹ ਚੜਿਆ ਹੋਇਆ ਮਹਾਰਾਜ ਜੀ ਨੂੰ ਬਿਠਾਇਆ। ਅਧਿਕ ਭਾਵ ਸੋ ਸੇਵਾ ਕੀ। ਬਹੁਤ ਭਾਵਨਾ ਦੇ ਨਾਲ ਸਤਿਗੁਰਾਂ ਦੀ ਇਹਨੇ ਸੇਵਾ ਕਰਨੀ ਕੀਤੀ। ਪ੍ਰੇਮ ਭਗਤ ਮਹਿ ਮਤ ਜਹ ਭੀਨੀ। ਜਿਹਦੀ ਮਤ ਜਿਹੜੀ ਹੈ ਪ੍ਰੇਮਾ ਭਗਤੀ ਦੇ ਵਿੱਚ ਭਿੱਜੀ ਹੋਈ ਹੈ, ਰਚੀ ਹੋਈ ਹੈ, ਇਹੋ ਜਿਹਾ ਸਿੱਖ ਮਹਾਰਾਜ ਜੀ ਦੀ ਉਹਨੇ ਬਹੁਤ ਜ਼ਿਆਦੀ ਸੇਵਾ ਕੀਤੀ। ਬੂਝਣ ਲਾਗੇ ਤਿਸ ਭਾਏ। ਫਿਰ ਸਤਿਗੁਰੂ ਮਹਾਰਾਜ ਜੀ ਨੂੰ ਉਹਨੇ ਪੁੱਛਣਾ ਕੀਤਾ। ਸਾਧ ਮਿਲੇ ਫਲ ਦੇਹੁ ਬਤਾਏ। ਕਹਿੰਦਾ ਸਤਿਗੁਰੂ ਮਹਾਰਾਜ ਕਿਰਪਾ ਕਰੋ, ਕੋਈ ਸਾਧੂ ਮਿਲ ਜਾਵੇ, ਆਪਾਂ ਸਾਧੂ ਦੀ ਸੰਤਾਂ ਦੀ ਸੰਗਤ ਕਰਦੇ ਹਾਂ, ਉਹਦਾ ਕੀ ਫਲ ਪ੍ਰਾਪਤ ਹੁੰਦਾ ਹੈ। ਬਹੁਤਨ ਸੰਗ ਪ੍ਰਸ਼ਨ ਮੈਂ ਕੀਨੂ। ਇਹ ਪ੍ਰਸ਼ਨ ਮਹਾਰਾਜ ਸਿਰਫ ਮੈਨੇ ਆਪ ਜੀ ਨਾਲ ਨਹੀਂ ਕੀਤਾ, ਇਹ ਤੋਂ ਪਹਿਲਾਂ ਵੀ ਮਹਾਰਾਜ ਜੋ ਵੀ ਮੇਰੇ ਕੋਲ ਕੋਈ ਸਾਧ ਆਉਂਦਾ, ਕੋਈ ਸੰਤ ਆਉਂਦਾ, ਉਹਦੀ ਮੈਂ ਸੇਵਾ ਕਰਦਾ, ਉਹਨੂੰ ਮੈਂ ਇਹੀ ਪੁੱਛਦਾ ਹਾਂ ਕਿ ਭਾਈ ਸਾਧੂ ਦੇ ਦਰਸ਼ਨ ਕਰਨ ਦਾ ਕੀ ਲਾਭ ਹੈ, ਕੀ ਫਲ ਪ੍ਰਾਪਤ ਹੁੰਦਾ। ਮੋਕੂ ਕਿਨਹੂ ਨਾ ਉੱਤਰ ਦੀਨੂ। ਮੈਨੂੰ ਤਾਂ ਮਹਾਰਾਜ ਉੱਤਰ ਤਾਂ ਬਥੇਰਿਆਂ ਨੇ ਦਿੱਤਾ, ਲੇਕਿਨ ਮੇਰੀ ਨਿਸ਼ਾ ਨਹੀਂ ਹੋਈ ਹੈ, ਭਾਵ ਕਿ ਮੇਰੀ ਤਸੱਲੀ ਨਹੀਂ ਹੋਈ। ਦੋਹਰਾ ਕਹਿ ਬਨਾਏ ਅਨੇਕ ਬਿਧ, ਮੇਰੀ ਨਿਸ਼ਾ ਨਾ ਹੋ। ਉਹਨਾਂ ਨੇ ਤਰ੍ਹਾਂ ਤਰ੍ਹਾਂ ਦਾ ਫੇਰ ਬਣਾ ਕਰਕੇ ਵਧਾ ਚੜਾ ਕਰਕੇ ਕਿਨੇ ਕੁਛ ਬੋਲਿਆ, ਕਿਨੇ ਕੁਛ ਬੋਲਣਾ ਕੀਤਾ, ਲੇਕਿਨ ਸਤਿਗੁਰੂ ਮਹਾਰਾਜ ਜਵਾਬ ਤਾਂ ਉਹਨਾਂ ਨੇ ਦਿੱਤਾ ਹੈ, ਭਾਵ ਕਿ ਉੱਤਰ ਤਾਂ ਉਹਨਾਂ ਨੇ ਦਿੱਤਾ, ਲੇਕਿਨ ਉਸ ਉੱਤਰ ਦੇ ਨਾਲ ਮੇਰੀ ਨਿਸ਼ਾ, ਮੇਰਾ ਸਮਾਧਾਨ ਨਹੀਂ ਹੋਇਆ। ਕਿਉਂਕਿ ਕਈ ਵਾਰੀ ਪਿਆਰਿਓ ਆਪਾਂ ਪ੍ਰਸ਼ਨ ਕਰਦੇ ਹਾਂ, ਕੋਈ ਬੰਦਾ ਜਦੋਂ ਸਾਨੂੰ ਜਵਾਬ ਦਿੰਦਾ ਤੇ ਜਦੋਂ ਜਵਾਬ ਸਾਨੂੰ ਲੱਗ ਜਾਵੇ, ਸਾਡੀ ਤਸੱਲੀ ਹੋ ਜਾਵੇ, ਫਿਰ ਆਪਾਂ ਹੱਥ ਜੋੜਦੇ ਹਾਂ, ਕਹਿੰਦੇ ਜੀ ਮੈਨੂੰ ਆਪਣੇ ਪ੍ਰਸ਼ਨ ਦਾ ਜਵਾਬ ਪ੍ਰਾਪਤ ਹੋ ਗਿਆ। ਕਈ ਵਾਰੀ ਆਪਾਂ ਪੁੱਛਦੇ ਹਾਂ ਤੇ ਅਗਲਾ ਕਹੀ ਜਾਵੇ, ਇਹਦੇ ਜਵਾਬ ਦੇਈ ਜਾਵੇ, ਲੇਕਿਨ ਤਸੱਲੀ ਨਾ ਹੋਵੇ ਤੇ ਆਪਾਂ ਕਹਿ ਦਿੰਦੇ ਕਿ ਮਿੱਤਰਾ ਤੂੰ ਤਾਂ ਬੋਲਿਆ ਬਥੇਰਾ, ਲੇਕਿਨ ਮੇਰੀ ਤਸੱਲੀ ਨਹੀਂ ਹੋਈ ਹੈ, ਮੇਰੀ ਤਸੱਲੀ ਕਰਾਣਾ ਕਰ ਤੂੰ। ਇਸ ਤਰ੍ਹਾਂ ਇਹਨੇ ਕਿਹਾ, ਮਹਾਰਾਜ ਉੱਤਰ ਤਾਂ ਕਈਆਂ ਨੇ ਦਿੱਤਾ, ਲੇਕਿਨ ਮੇਰੀ ਤਸੱਲੀ ਨਹੀਂ ਹੋਈ ਹੈ। ਪੂਰਨ ਸਤਿਗੁਰ ਆਪ ਹੋ ਉੱਤਰ ਦੀਤ ਹੋ। ਗੁਰੂ ਸਾਹਿਬ ਜੀ ਹੋ, ਸਤਿਗੁਰੂ ਹਨ, ਤੇ ਕਿਰਪਾ ਕਰਕੇ ਇਹਦਾ ਜਵਾਬ ਮੈਨੂੰ ਦੇਣਾ ਕਰੋ ਜੀ। ਚੌਪਈ ਕਰੁਣਾ ਨਿਧ ਇਉਂ ਬਚਨ ਉਚਾਰਾ। ਕਰੁਣਾ ਨਿਧਾਨ ਸਤਿਗੁਰਾਂ ਨੇ ਇਹ ਬਚਨ ਕਰਨਾ ਕੀਤਾ। ਜਾਵੋ ਬੜੀ ਉਜਾਰ ਮਝਾਰਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਇਹਦਾ ਜੇ ਜਵਾਬ ਲੈਣਾ ਹੈ ਤਾਂ ਜਵਾਬ ਤਾਂ ਅਸੀਂ ਨਹੀਂ ਦੇਣਾ, ਤੂੰ ਇੱਕ ਕੰਮ ਕਰ, ਇਸ ਪਾਸੇ ਨੂੰ ਚੱਲਦਾ ਜੇ ਚੱਲ ਜਾ, ਜਿੱਥੇ ਬਹੁਤ ਜ਼ਿਆਦਾ ਉਜਾੜ ਜੰਗਲ ਹੈ, ਤਹਾਂ ਤਰੋਵਰ ਏਕ ਸੁਹਾਏ। ਉੱਥੇ ਇੱਕ ਬਹੁਤ ਵੱਡਾ ਆਮ ਕਾ ਜੋ ਹੈ ਦਰਖਤ, ਭਾਵ ਕੇ ਫਲਾਨਾ ਦਰਖਤ ਹੋਵੇਗਾ। ਵਾਹਿਗੁਰੂ ਕਹਿ ਬੈਠੋ ਜਾਏ। ਉੱਥੇ ਜਾ ਕਰਕੇ ਉਚਾਰਨ ਕਰਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਸ਼ਬਦ ਦਾ, ਗੁਰ ਮੰਤਰ ਦਾ ਉਚਾਰਨ ਕਰਕੇ ਦਰਖਤ ਦੇ ਹੇਠ ਤੂੰ ਬਹਿ ਜਾ। ਤਹਿ ਨਿਸ਼ਾ ਹੋਏ ਹੈ ਤੇਰੀ। ਉਥੋਂ ਇਹ ਪ੍ਰਸ਼ਨ ਦਾ ਜਵਾਬ ਤੈਨੂੰ ਪ੍ਰਾਪਤ ਹੋਵੇਗਾ। ਜੇ ਮੈਂ ਤੈਨੂੰ ਕਿਹਾ ਨਾ, ਤੇਰੀ ਤਸੱਲੀ ਨਹੀਂ ਹੋਵੇਗੀ। ਜਦੋਂ ਪ੍ਰੈਕਟੀਕਲੀ ਤੂਨੇ ਤੱਕ ਲਿਆ, ਵੇਖ ਲਿਆ, ਕਿਉਂਕਿ ਪਿਆਰਿਓ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨਾ, ਆਪਾਂ ਫਿਰ ਲਿਖਤੀ ਤੌਰ ਤੇ ਕਹਿ ਦਈਏ, ਥਿਓਰੀਟੀਕਲ ਦੇ ਵਿੱਚ ਆਪਾਂ ਲਿਖ ਕੇ ਦੇ ਦਈਏ, ਉਹਦੇ ਨਾਲ ਗੱਲ ਨਹੀਂ ਬਣਦੀ ਹੈ। ਲੇਕਿਨ ਪ੍ਰੈਕਟੀਕਲ ਜਿਹੜਾ ਜਦੋਂ ਅਨੁਭਵ ਆ ਜਾਵੇ ਤਾਂ ਪਿਆਰਿਓ ਪੂਰੀ ਤਸੱਲੀ ਹੋ ਜਾਂਦੀ ਹੈ। ਅਨੁਭਵ ਦੇ ਵਿੱਚ ਹੀ ਪ੍ਰਕਾਸ਼ ਹੁੰਦਾ। ਜਦੋਂ ਕੋਈ ਗੱਲ ਹੱਦ ਬੀਤੀ ਹੋਵੇ, ਆਪਾਂ ਆਪ ਉਹ ਕੰਮ ਕੀਤਾ ਹੋਵੇ, ਤਾਂ ਸਾਨੂੰ ਪਤਾ ਲੱਗਦਾ ਕਿ ਭਾਈ ਆ ਮੇਰਾ ਖੁਦ ਦਾ ਅਨੁਭਵ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜੇ ਮੈਨੇ ਕਹਿ ਦਿੱਤਾ ਤਾਂ ਭਾਈ ਤੇਰੀ ਤਸੱਲੀ ਨਹੀਂ ਹੋਵੇਗੀ।
ਇਸ ਕਰਕੇ ਤੂੰ ਇਹ ਕੰਮ ਕਰਨਾ ਕਰ, ਉੱਥੇ ਜਾ, ਉੱਥੋਂ ਤੇਰੀ ਨਿਸ਼ਾ ਹੋਵੇਗੀ। ਸੁਨ ਕੇ ਗਇਓ ਉਜਾਰ ਸੁਹੇਰੀ। ਸਤਿਗੁਰੂ ਮਹਾਰਾਜ ਜੀ ਦਾ ਬਚਨ ਸੁਣ ਕਰਕੇ ਉਹ ਸਿੱਖ ਜਿਹੜਾ ਉਜਾੜ ਵਿੱਚ ਚੱਲ ਗਿਆ। ਵਾਯੂ ਬਿਰਖ ਬਤਾਇਓ ਜਹਿਮਾ। ਜਿੱਥੇ ਮਹਾਰਾਜ ਜੀ ਨੇ ਕਿਹਾ ਸੀ ਨਾ ਕਿ ਭਾਈ ਫਲਾਣਾ ਦਰਖਤ ਆਵੇਗਾ, ਉੱਥੇ ਜਾ ਕਰਕੇ ਪਹੁੰਚ ਗਿਆ। ਵਾਹਿਗੁਰੂ ਕਹਿ ਬੈਠਿਓ ਤਹਿਮਾ। ਉੱਥੇ ਜਾ ਕਰਕੇ ਕਹੇ ਮੁਤਾਬਕ ਵਾਹਿਗੁਰੂ ਦਾ ਜਾਪ ਕੀਤਾ, ਉਚਾਰਨ ਕਰਕੇ ਬੈਠ ਗਿਆ ਹੈ। ਤਰ ਪਰ ਦੇਖੇ ਬਾਇਸ ਤੋ। ਤੇ ਉੱਥੇ ਉਹਨੇ ਕੀ ਤੱਕਣਾ ਕੀਤਾ, ਕੀ ਨਜ਼ਾਰਾ ਵੇਖਿਆ, ਕਿਉਂਕਿ ਮਹਾਰਾਜ ਨੇ ਕਿਹਾ ਨਾ ਤੈਨੂੰ ਇਹਦਾ ਜਵਾਬ ਅਸੀਂ ਨਹੀਂ ਦੇਣਾ, ਤੈਨੂੰ ਇਹਦਾ ਜਵਾਬ ਤੇਰੇ ਆਪ ਅਨੁਭਵ ਦੇ ਵਿੱਚ ਹੋਵੇਗਾ, ਉੱਥੋਂ ਤੈਨੂੰ ਜਵਾਬ ਮਿਲ ਜਾਵੇਗਾ। ਇਹਨੇ ਕੀ ਤੱਕਿਆ, ਜਦੋਂ ਦਰਖਤ ਦੇ ਹੇਠ ਇਹਨੇ ਬੈਠਣਾ ਕੀਤਾ ਤਾਂ ਨਿਗਾਹ ਘੁਮਾ ਕੇ ਜਦੋਂ ਵੇਖੀ ਹੈ ਦੋ ਕਾਂ ਜੋ ਹਨ, ਕਾਂ ਤੇ ਕੌਣੀ ਜਿਹੜੀ ਹੈ ਉਹ ਬੈਠੀ ਹੋਈ ਹੈ। ਦਰਸ਼ਨ ਕਰ ਇਸ ਭੇ ਬਖਸ਼ੋ। ਜਦੋਂ ਇਹਦੇ ਉਹਨਾਂ ਨੇ ਉਹ ਕਵਿਆਂ ਨੇ ਜੋੜੇ ਨੇ ਜਦੋਂ ਇਹਦੇ ਦਰਸ਼ਨ ਕਰਨੇ ਕੀਤੇ, ਇੱਕਦਮ ਪਿਆਰਿਓ ਉਹ ਕਾਂ ਤੋਂ ਉਹ ਬਗਲੇ ਬਣ ਗਏ ਹਨ। ਕਿਉਂਕਿ ਕਾਂ ਤੇ ਬਗਲੇ ਦੇ ਵਿੱਚ ਪਿਆਰਿਓ ਜ਼ਮੀਨ ਅਸਮਾਨ ਦਾ ਫਰਕ ਹੁੰਦਾ, ਬੋਲੀ ਔਰ ਹੁੰਦੀ ਹੈ, ਚਾਲ ਢੰਗ ਔਰ ਹੁੰਦਾ, ਰੰਗ ਇੱਕਦਮ ਵਿਪਰੀਤ ਹੁੰਦਾ। ਤੇ ਕਾਂ ਨੂੰ ਆਪਾਂ ਜਦੋਂ ਵੇਖਦੇ ਹਾਂ ਇੱਕ ਨਭ ਸਿਆਹ ਕਾਲਾ ਕੋਇਲੇ ਵਰਗਾ ਹੁੰਦਾ, ਤੇ ਬਗਲਾ ਜਿਹੜਾ ਇੱਕਦਮ ਉਹ ਚਿੱਟਾ ਹੁੰਦਾ ਹੈ ਰੰਗ ਦੇ ਵਿੱਚ, ਤੇ ਫਰਕ ਵੀ ਪਿਆਰਿਓ ਜ਼ਮੀਨ ਅਸਮਾਨ ਦਾ ਹੁੰਦਾ। ਜਦੋਂ ਉਹ ਸਿੱਖ ਜਾ ਕਰਕੇ ਦਰਖਤ ਦੇ ਹੇਠ ਉਹਨੇ ਬੈਠਣਾ ਕੀਤਾ, ਜਦੋਂ ਕਾਵਿਆਂ ਦੀ ਜੋੜੀ ਨੇ ਉਹਨੂੰ ਤੱਕਿਆ ਵੇਖਿਆ, ਦਰਸ਼ਨ ਕਰਨ ਕਰਕੇ ਉਹ ਕਾਂ ਤੋਂ ਬਗਲੇ ਬਣ ਗਏ। ਕਿਤਿਕ ਬੇਰ ਬੈਠਿਓ ਹਟ ਆਇਓ। ਉਹਨੇ ਫਿਰ ਕੁਛ ਕੋ ਸਮਾਂ ਬੈਠਣਾ ਕੀਤਾ, ਆ ਨਜ਼ਾਰਾ ਤਾਂ ਉਹਨੇ ਤੱਕ ਲਿਆ, ਲੇਕਿਨ ਪਤਾ ਨਹੀਂ ਚੱਲਿਆ, ਫਿਰ ਬਾਅਦ ਵਿੱਚ ਹਟ ਕੇ ਆ ਗਿਆ। ਸ਼੍ਰੀ ਗੁਰ ਸੋ ਅਸਬੈਨ ਅਲਾਇਓ। ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਤਾਈ ਇਹ ਬਚਨ ਉਚਾਰਨ ਕੀਤਾ ਹੈ। ਜਹ ਤੁਮ ਭੇਜਿਓ ਤਹਾਂ ਸਿਧਾਇਓ। ਕਹਿੰਦਾ ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਨਾ, ਜਿੱਥੇ ਭੇਜਿਆ ਸੀ ਮੈਂ ਉੱਥੇ ਗਿਆ ਹਾਂ। ਕੋਈ ਨਾ ਮਿਲਿਓ ਨਾ ਉੱਤਰ ਪਾਇਓ। ਉੱਥੇ ਤਾਂ ਕੋਈ ਮੈਨੂੰ ਨਹੀਂ ਮਿਲਿਆ ਮਹਾਰਾਜ, ਮੈਨੂੰ ਲੱਗਿਆ ਕਿ ਉਹ ਦਰਖਤ ਦੇ ਹੇਠ ਕੋਈ ਸੰਤ ਬੈਠਿਆ ਹੋਵੇਗਾ, ਜਾਂ ਮੈਂ ਉੱਥੇ ਜਾ ਕਰਕੇ ਬੈਠਾਂਗਾ, ਵਾਹਿਗੁਰੂ ਦਾ ਉਚਾਰਨ ਕਰਾਂਗਾ, ਪ੍ਰਾਪਤ ਨਹੀਂ ਹੋਇਆ ਹੈ। ਪ੍ਰਭ ਭਾਖਿਓ ਪ੍ਰਭਾਤ ਬਹੋਰੀ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇਹ ਦੱਸਿਆ ਨਹੀਂ ਕਿ ਭਾਈ ਤੂੰ ਨੇ ਕੀ ਵੇਖਿਆ, ਇਹ ਗੱਲ ਦਾ ਜਵਾਬ ਨਹੀਂ ਦਿੱਤਾ, ਕਿਉਂਕਿ ਅਨੁਭਵ ਜਿਹੜਾ ਨਾ ਪਿਆਰਿਓ, ਅਨੁਭਵ ਭਾਵ ਕਿ ਖੁਦ ਦੇ ਨਾਲ ਅਨੁਭਵ ਪਿਆਰਿਓ ਕੋਈ ਕਰਾਉਂਦਾ ਨਹੀਂ ਹੈ, ਅਨੁਭਵ ਖੁਦ ਬਾ ਖੁਦ ਪ੍ਰਾਪਤ ਹੁੰਦਾ। ਜੇ ਮਹਾਰਾਜ ਇਹਨੂੰ ਕਹਿ ਦਿੰਦੇ ਤਾਂ ਪਿਆਰਿਓ ਫਿਰ ਗੱਲ ਅਧੂਰੀ ਰਹਿ ਜਾਂਦੀ ਹੈ, ਕਿਉਂਕਿ ਅਨੁਭਵ ਜਿਹੜਾ ਹੈ ਉਹ ਸਵੈਤੈ ਪ੍ਰਕਾਸ਼ ਹੁੰਦਾ। ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਖੁਦ ਬਾ ਖੁਦ ਕਿਸੇ ਦਿੱਤਿਆਂ ਪਿਆਰਿਓ ਗਿਆਨ ਪ੍ਰਾਪਤ ਹੁੰਦਾ, ਲੇਕਿਨ ਖੁਦ ਦੀ ਕਮਾਈ ਦੇ ਨਾਲ ਅਨੁਭਵ ਦੀ ਪ੍ਰਾਪਤੀ ਹੁੰਦੀ ਹੈ। ਅਨੁਭਵ ਦੀ ਜੇ ਮਹਾਰਾਜ ਜੀ ਨੇ ਕਹਿ ਦਿੱਤਾ ਇਹਨੂੰ ਤਾਂ ਗਿਆਨ ਹੋ ਜਾਣਾ ਸੀ, ਲੇਕਿਨ ਪਿਆਰਿਓ ਗਿਆਨ ਤੇ ਅਨੁਭਵ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਕਈ ਵਾਰੀ ਗਿਆਨ ਪਿਆਰਿਓ ਰਟਾ ਰਟਾਇਆ ਹੁੰਦਾ, ਸੁਣੀ ਸੁਣਾਈ ਗੱਲ ਹੁੰਦੀ ਹੈ, ਲੇਕਿਨ ਅਨੁਭਵ ਪਿਆਰਿਓ ਸੁਣੀ ਸੁਣਾਈ ਕਹੀ ਕਹਾਈ, ਜਾਂ ਕਿਸੇ ਨੇ ਕਹਿ ਦਿੱਤਾ ਤੇ ਤੁਸਾਂ ਨੇ ਸੁਣ ਲਿਆ, ਜਾਂ ਲਿਖਤੀ ਕਿਹਦੀ ਵੇਖ ਕਰਕੇ ਤੁਸੀਂ ਉਹਨੂੰ ਪੜ੍ਹ ਲਿਆ, ਇਹ ਪਿਆਰਿਓ ਅਨੁਭਵ ਇਹਦੇ ਨਾਲ ਨਹੀਂ ਹੁੰਦਾ। ਅਨੁਭਵ ਤਾਂ ਸੁਤੇ ਪ੍ਰਕਾਸ਼ ਹੁੰਦਾ, ਅਨੁਭਵ ਹੱਡ ਬੀਤੀ ਗੱਲ ਹੁੰਦੀ ਹੈ। ਮਹਾਰਾਜ ਜੀ ਨੇ ਸੋਚਿਆ ਕਿ ਭਾਈ ਜੇ ਇਹਨੂੰ ਹੁਣ ਕਹਿ ਦਈਏ ਤਾਂ ਇਹ ਗਿਆਨ ਹੋ ਜਾਵੇਗਾ, ਅਨੁਭਵ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਹੈ ਭਾਈ, ਅੱਜ ਨਹੀਂ ਮਿਲਿਆ ਤੈਨੂੰ ਜਵਾਬ, ਕੋਈ ਗੱਲ ਨਹੀਂ ਹੈ, ਵਿਸ਼ਰਾਮ ਕਰ, ਕੱਲ ਦਿਨ ਚੜ੍ਹਦਿਆਂ ਸਵਸਤੇ ਫਿਰ ਤੂੰ ਉੱਥੇ ਚੱਲ ਜਾ। ਉੱਤਰ ਲੇਹੁ ਜਾਏ ਤਿਸ ਠੌਰੀ। ਉੱਤਰ ਜਿਹੜਾ ਸਾਤੋਂ ਤੈਨੂੰ ਪ੍ਰਾਪਤ ਨਹੀਂ ਹੋਵੇਗਾ, ਉਹ ਦਰਖਤ ਦੇ ਕੋਲ ਜਾਵੇਗਾ, ਤਾਂ ਹੀ ਤੈਨੂੰ ਉਹਦੇ ਜਵਾਬ ਦੀ ਉੱਤਰ ਦੀ ਪ੍ਰਾਪਤੀ ਹੋਵੇਗੀ। ਆਇਸ ਪਾਏ ਗਇਓ ਤਹ ਕਾਲਾ। ਆਗਿਆ ਪਾ ਕਰਕੇ ਦੂਜਾ ਦਿਨ ਚੜਿਆ, ਤਾਂ ਦਿਨ ਚੜ੍ਹਦਿਆਂ ਹੀ ਪਿਆਰਿਓ ਉਹ ਸਿੱਖ ਜਿਹੜਾ ਹੈ ਉੱਥੇ ਦਰਖਤ ਕੋਲ ਚੱਲ ਗਿਆ ਹੈ। ਦਰਸ਼ਨ ਕਰ ਭਏ ਮਰਾਲਾ। ਉੱਥੇ ਜਾ ਕਰਕੇ ਕੀ ਤੱਕਦਾ ਕਿ ਉਹ ਕਾਵਿਆਂ ਦੀ ਜੋੜੀ ਜਿਹੜੀ ਸੀ, ਤੇ ਪਹਿਲੀ ਵਾਰੀ ਇਹਦੇ ਦਰਸ਼ਨ ਕਰਕੇ ਕਾਂ ਤੋਂ ਜੋ ਪੱਗ ਬਣ ਗਏ ਸਨ,
ਜਦੋਂ ਦੂਜਿਆ ਦਿਨ ਚੜਿਆ ਤੇ ਸਿੱਖ ਉੱਥੇ ਜਾ ਕਰਕੇ ਵਾਹਿਗੁਰੂ ਕਹਿ ਕਰਕੇ ਬੈਠ ਗਿਆ। ਫਿਰ ਪਿਆਰਿਓ ਉਹ ਜੋ ਬਗਲੇ ਕਾਂ ਤੋਂ ਬਗਲੇ ਬਣੇ ਸਨ ਤੇ ਉਹਨਾਂ ਬਗਲਿਆਂ ਨੇ ਜਦੋਂ ਇਹਦੇ ਦਰਸ਼ਨ ਕਰਨੇ ਕੀਤੇ ਤਾਂ ਫਿਰ ਉਹ ਹੁਣ ਬਗਲੇ ਨਹੀਂ ਰਹੇ। ਇੱਕਦਮ ਪਿਆਰਿਓ ਉਹ ਬਗ ਬਿਰਤੀ ਤੋਂ ਹਟ ਕਰਕੇ ਉਹ ਹੰਸ ਬਣ ਗਏ ਹਨ। ਦੇਖ ਤਹਾਂ ਹਟ ਕਰ ਪੁਨ ਆਵਾ। ਇਹ ਨਜ਼ਾਰਾ ਇਹ ਕੌਤਕ ਵੇਖ ਕਰਕੇ ਸਿੱਖ ਨੂੰ ਤਾਂ ਪਤਾ ਨਹੀਂ ਚੱਲਿਆ ਕਿ ਭਾਈ ਇਹ ਕੀ ਕੌਤਕ ਹੋ ਰਿਹਾ ਹੈ। ਫਿਰ ਉਥੋਂ ਇਹ ਹਟ ਕਰਕੇ ਆ ਗਿਆ। ਬੈਠ ਸਮੀਪ ਬਿਰਤੰਤ ਸੁਣਾਵਾ। ਜਾ ਕਰਕੇ ਮਹਾਰਾਜ ਜੀ ਨੂੰ ਸਾਰਾ ਬਿਰਤੰਤ ਇਹਨੇ ਸੁਣਾਉਣਾ ਕੀਤਾ। ਪੂਰਬ ਦਿਨ ਬਾਇਸ ਬਖ ਹੋਏ। ਕਹਿੰਦਾ ਸਤਿਗੁਰੂ ਮਹਾਰਾਜ ਜਦੋਂ ਕੱਲ ਮੈਂ ਗਿਆ ਸੀ ਨਾ ਪਹਿਲਾ ਦਿਨ ਤਾਂ ਉੱਥੇ ਕਾਂ ਤੇ ਕੌਣੀ ਦਾ ਇੱਕ ਆਲਣਾ ਸੀ, ਉਹਦੇ ਵਿੱਚ ਕਾਂ ਦਾ ਜੋੜਾ ਬੈਠਿਆ ਹੋਇਆ ਸੀ। ਤੇ ਜਦੋਂ ਮਹਾਰਾਜ ਉਹਨਾਂ ਨੇ ਮੇਰੇ ਦਰਸ਼ਨ ਕਰਨੇ ਕੀਤੇ, ਮੇਰੇ ਦਰਸ਼ਨ ਕਰਨ ਕਰਕੇ ਉਹ ਪੱਗ ਬਣ ਗਏ। ਲੇਕਿਨ ਅੱਜ ਮੈਨੇ ਕੀ ਤੱਕਣਾ ਕੀਤਾ, ਆਜ ਮਰਾਲ ਪਿਖੇ ਮੈਂ ਦੋਏ। ਉਹ ਬਗਲੇ ਬਣ ਗਏ ਸਨ ਕੱਲ, ਲੇਕਿਨ ਅੱਜ ਮੇਰੇ ਦਰਸ਼ਨ ਕਰਨ ਕਰਕੇ ਮਹਾਰਾਜ ਉਹ ਬਗਲੇ ਨਹੀਂ ਰਹੇ, ਉਹ ਬਗਲਿਆਂ ਤੋਂ ਹੰਸ ਬਣ ਗਏ। ਕਿਨ ਉੱਤਰ ਦੇ ਨਿਸ਼ਾਨ ਕੀਨੀ। ਲੇਕਿਨ ਇਹ ਉੱਤਰ ਤੇ ਇਹ ਮੈਨੂੰ ਪਤਾ ਤਾਂ ਚੱਲ ਗਿਆ, ਇਹ ਉੱਤਰ ਤਾਂ ਮਿਲ ਗਿਆ, ਲੇਕਿਨ ਸਤਿਗੁਰੂ ਮਹਾਰਾਜ ਇਹਦੇ ਨਾਲ ਮੇਰੀ ਨਿਸ਼ਾ ਮੇਰੀ ਤਸੱਲੀ ਨਹੀਂ ਹੋ ਰਹੀ ਹੈ। ਮੇਰਾ ਪ੍ਰਸ਼ਨ ਦਾ ਉਥੋਂ ਦਾ ਉੱਥੇ ਹੀ ਰਹਿ ਗਿਆ। ਸੰਸੇ ਮਹਿ ਮਤ ਰਹਿ ਭੀਨੀ। ਮੇਰੀ ਮੱਤ ਜਿਹੜੀ ਹੈ ਸੰਸੇ ਦੇ ਵਿੱਚ ਹੀ ਲੱਗੀ ਹੋਈ ਹੈ। ਇਹ ਕਾਹਦਾ ਜਵਾਬ ਹੋਇਆ ਮਹਾਰਾਜ, ਮੈਨੂੰ ਤਾਂ ਕੋਈ ਜਵਾਬ ਦੀ ਪ੍ਰਾਪਤੀ ਨਹੀਂ ਹੋਈ ਹੈ। ਸੁਨ ਕਰ ਸ੍ਰੀ ਗੁਰ ਗਿਰਾ ਅਲਾਈ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਵਚਨ ਉਚਾਰਨ ਕੀਤਾ। ਇਸ ਬਾਰ ਜਾਹੁ ਤਹਿ ਥਾਈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਹੈ ਸਿੱਖਾ, ਇੱਕ ਕੰਮ ਕਰਦਾ ਕਰ, ਕੱਲ ਫਿਰ ਸਵਸਤੇ ਉੱਠ ਕਰਕੇ ਤੂੰ ਉੱਥੇ ਹੀ ਚੱਲ ਜਾ। ਉੱਤਰ ਪਾਏ ਜਾਏ ਤਵ ਸੰਸਾਰ। ਉੱਥੇ ਜਾ ਕਰਕੇ ਤੈਨੂੰ ਕਿਉਂਕਿ ਜਵਾਬ ਉੱਤਰ ਆਸਾਨੀ ਨਹੀਂ ਹੋਵੇਗੀ, ਤੇਰਾ ਇਹ ਅਨੁਭਵ ਨਹੀਂ ਹੋਵੇਗਾ। ਜੇ ਤੈਨੂੰ ਅਨੁਭਵ ਪ੍ਰਾਪਤ ਕਰਨਾ ਨਾ ਇਸ ਗੱਲ ਦਾ ਤਾਂ ਸਤਿਗੁਰੂ ਜੀ ਕਹਿਣ ਲੱਗੇ ਤੂੰ ਫਿਰ ਉੱਥੇ ਦੁਬਾਰਾ ਚੱਲ ਜਾ, ਤੈਨੂੰ ਉੱਥੋਂ ਹੀ ਤੇਰੇ ਸ਼ੰਕੇ ਦੀ ਨਿਵਰਤੀ ਹੋਵੇਗੀ। ਜਹਾਂ ਬਿਰਾਜਤ ਹੈ ਸੇ ਹੰਸਾ। ਜਿੱਥੇ ਉਹ ਹੰਸ ਬਿਰਾਜਮਾਨ ਹਨ ਨਾ ਦਰਖਤ ਦੇ ਉੱਤੇ, ਉੱਥੇ ਹੀ ਤੂੰ ਚੱਲ ਜਾ ਤੇ ਉੱਥੇ ਹੀ ਤੇਰੀ ਨਿਸ਼ਾ ਹੋਵੇਗੀ। ਗਮਨਿਓ ਉੱਠ ਪ੍ਰਭਾਤ ਬਹੋਰੀ। ਫਿਰ ਪਿਆਰਿਓ ਗੁਰੂ ਕਾ ਸਿੱਖ ਜਿਹੜਾ ਹੈ ਤੀਜਾ ਦਿਨ ਫਿਰ ਉੱਠ ਕਰਕੇ ਤਿਆਰ ਪਰ ਤਿਆਰ ਹੋ ਕਰਕੇ ਚੱਲ ਗਿਆ। ਹੰਸਨ ਦੇਖਿਓ ਜਬ ਇਸ ਪੂਰੀ। ਜਦੋਂ ਪਿਆਰਿਓ ਉੱਥੇ ਜਾ ਕਰਕੇ ਕੀ ਤੱਕਦਾ ਹੈ, ਇਹ ਵੀ ਜਾ ਕਰਕੇ ਬੈਠ ਗਿਆ। ਇਹਨੇ ਹੰਸਾਂ ਦੇ ਵੱਲ ਤੱਕਣਾ ਕੀਤਾ ਤੇ ਅੱਗੋਂ ਹੰਸਾਂ ਨੇ ਵੀ ਜਦੋਂ ਇਹਨਾਂ ਦੇ ਵੱਲ ਉਹ ਸਿੱਖ ਦੇ ਵੱਲ ਤੱਕਿਆ ਵੇਖਿਆ। ਸੋ ਮਾਨੁਕ ਤਨ ਤੂਰਨ ਹੋਏ। ਉਹ ਫਿਰ ਹੰਸਾਂ ਤੋਂ ਪਿਆਰਿਓ ਮਨੁੱਖਾ ਤਨ ਉਹਨਾਂ ਨੇ ਧਾਰਨ ਕਰਨਾ ਕੀਤਾ। ਪਹਿਲੇ ਦੇਖੋ ਕਾਂ ਸੀ, ਕਾਂ ਤੋਂ ਬਗਲੇ ਬਣ ਗਏ, ਬਗਲੇ ਤੇ ਉਹ ਫਿਰ ਹੰਸ ਬਣ ਗਏ ਹਨ ਤੇ ਹੰਸਾਂ ਤੋਂ ਬਾਅਦ ਹੁਣ ਸੋਹਣਾ ਸੁਨੱਖਾ ਉਹਨਾਂ ਦਾ ਸਰੀਰ ਬਣ ਗਿਆ, ਮਨੁੱਖਾਂ ਵਰਗਾ ਉਹ ਮਾਨੁਖ ਬਣ ਗਏ। ਬੈਠੇ ਤਰਵਰ ਕੇ ਤਰ ਦੋਏ। ਤੇ ਉਹ ਫਿਰ ਆ ਕਰਕੇ ਕਿਉਂਕਿ ਮਨੁੱਖ ਜਿਹੜਾ ਪਿਆਰਿਓ ਉਹ ਤਾਂ ਦਰਖਤ ਦੇ ਉੱਤੇ ਰਹਿ ਨਹੀਂ ਸਕਦਾ, ਇਹ ਹੁਣ ਮਨੁੱਖ ਬਣ ਗਏ ਤੇ ਦਰਖਤ ਦੇ ਹੇਠ ਆ ਗਏ ਹਨ। ਜਾਏ ਨਿਕਟ ਕਹਿ ਪੈਰੀ ਪਾਨਾ। ਜਾ ਕਰਕੇ ਉਹਨਾਂ ਮਨੁੱਖਾਂ ਨੇ ਤੇ ਉਹ ਸਿੱਖ ਜਿਹੜਾ ਹੈ ਉਹਦੇ ਜਾ ਕਰਕੇ ਚਰਨ ਸਪਰਸ਼ ਕਰਨੇ ਕੀਤੇ, ਪੈਰੀ ਪਾਉਣਾ ਕੀਤਾ। ਬੈਠਿਓ ਤਹਿ ਸੋ ਬਚਨ ਬਖਾਨਾ। ਉਹਦੇ ਨਾਲ ਬੈਠ ਕਰਕੇ ਉਹਨਾਂ ਨੇ ਵਚਨ ਉਚਾਰਨ ਕੀਤਾ ਹੈ। ਸਾਧ ਮਿਲੇ ਕੋ ਫਲ ਕਿਆ ਹੋਈ। ਸਾਧ ਮਿਲੇ ਕੋ ਫਲ ਕਿਆ ਹੋਈ। ਜਦੋਂ ਉਹ ਦੋ ਮਨੁੱਖ ਜਿਹੜੇ ਹਨ ਉਹ ਆ ਕਰਕੇ ਜਦੋਂ ਬੈਠ ਗਏ ਤਾਂ ਫਿਰ ਪਿਆਰਿਓ ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ ਤੈਨੂੰ ਇਹਦਾ ਜਵਾਬ ਉੱਥੋਂ ਹੀ ਪ੍ਰਾਪਤ ਹੋਵੇਗਾ। ਪਹਿਲੇ ਤਾਂ ਪਿਆਰਿਓ ਕਾਂ ਨੂੰ ਕੀ ਪੁੱਛ ਸਕਦਾ ਸੀ, ਬਗਲਾ ਬਗਲੇ ਨੂੰ ਵੀ ਆਪਾਂ ਥੋੜੀ ਪੁੱਛ ਸਕਦੇ ਹਾਂ, ਹੰਸ ਨੂੰ ਵੀ ਥੋੜੀ ਪੁੱਛ ਸਕਦੇ। ਹੁਣ ਆਪਣੇ ਵਰਗਾ ਸਰੂਪ ਜਦੋਂ ਵੇਖਿਆ ਇਹ ਮਨੁੱਖ ਬਣ ਗਏ, ਉਹਨਾਂ ਨੂੰ ਪੁੱਛਿਆ, ਇਹਨੂੰ ਲੱਗਿਆ ਕਿ ਲੱਗਦਾ ਮਹਾਰਾਜ ਜੀ ਨੇ ਜੋ ਕਿਹਾ ਸੀ ਨਾ ਭਾਈ ਤੈਨੂੰ ਜਵਾਬ ਇੱਥੋਂ ਪ੍ਰਾਪਤ ਹੋਵੇਗਾ। ਤੇ ਹੁਣ ਉਹਨਾਂ ਨੂੰ ਉਹ ਸਿੱਖ ਪੁੱਛਦਾ ਕਿ ਭਾਈ ਮੇਰੀ ਆ ਤਸੱਲੀ ਕਰਾਉਣਾ ਕਰੋ,
ਮੇਰਾ ਇਹ ਪ੍ਰਸ਼ਨ ਜੋ ਹੈ ਉਹਦਾ ਜਵਾਬ ਦੇਣਾ ਕਰੋ ਕਿ ਕੋਈ ਸਾਧੂ ਮਿਲ ਜਾਵੇ, ਕੋਈ ਸੰਤ ਮਿਲ ਜਾਵੇ, ਉਹਦੇ ਦਰਸ਼ਨ ਕਰਨ ਦਾ ਕੀ ਲਾਭ ਪ੍ਰਾਪਤ ਹੁੰਦਾ। ਮੋਹਿ ਬਤਾਏ ਦੀਜੀਐ ਸੋਈ, ਮੈਨੂੰ ਉਸ ਬਾਬਤ ਤੁਸੀਂ ਚੰਗੀ ਤਰ੍ਹਾਂ ਦੱਸ ਦੇਣਾ ਕਰੋ। ਸੁਨਤ ਸ਼੍ਰੋਨ ਤਿਨ ਬਚਨ ਉਚਾਰੇ, ਇਹ ਬਚਨ ਸੁਣ ਕਰਕੇ ਉਹ ਜੋ ਸੀ ਨਾ ਦੋ ਮਨੁੱਖ ਜੋ ਕਾਂ ਤੋਂ ਹੰਸ ਬਣ ਗਏ, ਕਾਂ ਤੋਂ ਬਾਗ, ਬਾਗ ਤੋਂ ਹੰਸ, ਹੰਸ ਤੋਂ ਮਨੁੱਖ, ਉਹਨਾਂ ਨੇ ਹੁਣ ਜਵਾਬ ਦਿੱਤਾ। ਅਬ ਲਓ ਮਨ ਨਹਿ ਨਿਸ਼ਾ ਤੁਮਾਰੇ, ਕਹਿਣ ਲੱਗੇ ਭਾਈ ਸਿੱਖਾ ਹੁਣ ਤੱਕ ਤਾਂ ਤੈਨੂੰ ਗਿਆਨ ਹੋ ਜਾਣਾ ਚਾਹੀਦਾ ਸੀ, ਤੇਰੀ ਤਸੱਲੀ ਹੋ ਜਾਣੀ ਚਾਹੀਦੀ ਸੀ, ਲੇਕਿਨ ਹਾਲੇ ਤੱਕ ਤੇਰੀ ਤਸੱਲੀ ਨਹੀਂ ਹੋਈ ਹੈ, ਤੇਰਾ ਪ੍ਰਸ਼ਨ ਹੀ ਰਹਿ ਗਿਆ। ਪੂਰਬ ਬਾਇਸ ਦੇਹ ਹਮਾਰੇ, ਕਹਿੰਦੇ ਦੇਖ ਭਾਈ ਜਦੋਂ ਪਹਿਲਾ ਦਿਨ ਤੂੰ ਆਇਆ ਸੀ ਨਾ ਇੱਥੇ ਦਰਖਤ ਦੇ ਹੇਠ, ਉਸ ਵੇਲੇ ਕੀ ਤੱਕਿਆ? ਸਿੱਖ ਨੇ ਕਿਹਾ ਕਿ ਭਾਈ ਦੋ ਕਾਵਿਆਂ ਨੂੰ ਅਸਾਂ ਨੇ ਵੇਖਿਆ, ਉਹ ਅਸੀਂ ਸੀ। ਪਹਿਲੇ ਸਾਡਾ ਤਨ ਜਿਹੜਾ ਕਾਵਿਆਂ ਵਾਲਾ ਸੀ, ਅਸੀਂ ਕੌਵੇ ਸਨ। ਬਕ ਹੋਏ ਤਉ ਦਰਸ ਨਿਹਾਰ, ਬਸ ਤੇਰਾ ਦਰਸ਼ਨ ਕਰਨ ਕਰਕੇ, ਤੇਰਾ ਜਦੋਂ ਅਸਾਂ ਨੇ ਦਰਸ਼ਨ ਕਰਨਾ ਕੀਤਾ ਤੇ ਤੇਰੇ ਦਰਸ਼ਨ ਕਰਨ ਕਰਕੇ ਅਸੀਂ ਕਾਂ ਤੋਂ ਪਗਲੇ ਬਣ ਗਏ। ਤੁਮ ਕਰੁਣਾ ਪੁਨ ਭਏ ਮਰਾਲਾ, ਫਿਰ ਤੇਰੀ ਕਿਰਪਾ ਦੇ ਨਾਲ ਦੂਜਾ ਦਿਨ ਜਦੋਂ ਚੜਿਆ ਫਿਰ ਤੂੰ ਆਇਆ ਤੇ ਪਗਲਿਆਂ ਤੋਂ ਫਿਰ ਅਸੀਂ ਹੰਸ ਬਣ ਗਏ ਹਾਂ। ਤੇ ਦਰਸ ਤੁਮ ਕਰੇ ਨਿਹਾਲਾ, ਤੂੰ ਨੇ ਸਾਨੂੰ ਦਰਸ਼ਨ ਦੇ ਕਰਕੇ ਨਿਹਾਲ ਨਿਹਾਲ ਕਰਨਾ ਕੀਤਾ ਹੈ ਭਾਈ। ਪੁਨ ਆਇਓ ਹੋਏ ਨਰ ਨਾਰੀ, ਹੁਣ ਜਦੋਂ ਤੀਜਾ ਦਿਨ ਚੜਿਆ ਤੂੰ ਨੇ ਆ ਕਰਕੇ ਬੈਠਣਾ ਕੀਤਾ, ਤੇਰੇ ਦਰਸ਼ਨ ਜਦੋਂ ਅਸਾਂ ਨੇ ਕਰਨੇ ਕੀਤੇ, ਹੁਣ ਸਾਡਾ ਤਨ ਜਿਹੜਾ ਹੈ ਹੰਸਾ ਵਰੈ ਭਾਈ। ਇਹ ਜਦੋਂ ਸਾਧ ਮਿਲਦੇ ਹਨ, ਸੰਤ ਮਿਲਦੇ ਹਨ, ਸੰਤਾਂ ਦੇ ਦਰਸ਼ਨ ਕਰਨ ਦਾ ਇਹ ਲਾਭ ਹੁੰਦਾ, ਇਹ ਫਲ ਪ੍ਰਾਪਤ ਹੁੰਦਾ ਹੈ। ਧੰਨ ਧੰਨ ਹੈ ਸਤਿਗੁਰ ਤੇਰੇ, ਉਹਨਾਂ ਨੇ ਕਿਹਾ ਕਿ ਭਾਈ ਧੰਨਤਾ ਦੇ ਯੋਗਤਾ ਤੂੰ ਨਹੀਂ ਹੈ, ਤੇਰਾ ਜੋ ਸਤਿਗੁਰੂ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਗੱਲ ਸਿੱਖਾ ਆਪਣੇ ਉੱਤੇ ਨਾ ਟਪਾਉਣਾ ਕਰ, ਇਹ ਨਾ ਸਮਝ ਲੈਣਾ ਕਰਕੇ ਲਾਓ ਜੀ ਮੇਰੇ ਦਰਸ਼ਨ ਕਰਕੇ ਇੱਕ ਕਾਂ ਜਿਹੜਾ ਹੈ ਬਗਲਾ ਬਣ ਗਿਆ, ਮੇਰੇ ਦਰਸ਼ਨ ਕਰਨ ਕਰਕੇ ਬਗਲੇ ਹੰਸ, ਹੰਸ ਜਿਹੜੇ ਹਨ ਮਨੁੱਖ ਬਣ ਗਏ। ਨਹੀਂ ਭਾਈ ਤੇਰੇ ਦਰਸ਼ਨ ਕਰਕੇ ਨਹੀਂ, ਤੇਰਾ ਜੋ ਸਤਿਗੁਰੂ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਅਸਲ ਦੇ ਵਿੱਚ ਧੰਨਤਾ ਦੇ ਯੋਗ ਉਹ ਹਨ। ਹੋਏ ਪਤਿਤ ਪਾਵਨ ਜਿਨ ਹੇਰੇ, ਜਿਨ੍ਹਾਂ ਨੂੰ ਵੇਖਣ ਕਰਕੇ ਵੱਡੇ ਵੱਡੇ ਪਤਿਤ ਜੋ ਹਨ ਉਹ ਪਾਵਨ ਹੋ ਜਾਂਦੇ ਹਨ, ਪਤਿਤਾਂ ਦਾ ਵੀ ਉਧਾਰ ਹੋ ਜਾਂਦਾ, ਪਾਪੀ ਵੀ ਤਰ ਜਾਂਦੇ। ਤਿਨ ਕੋ ਦਰਸ਼ਨ ਹਮਹਿ ਕਰਾਵੋ, ਕਿਉਂਕਿ ਇਹਨਾਂ ਨੇ ਕਿਹਾ ਕਿ ਤੂੰ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ। ਕਿਉਂਕਿ ਇਹਨੇ ਪੁੱਛਿਆ ਸੀ ਨਾ ਕਿ ਸਾਧੂਆਂ ਦੀ ਸੰਗਤ ਕਰਦੇ ਆ, ਸਾਧੂਆਂ ਦੇ ਦਰਸ਼ਨ ਕਰਨ ਦਾ ਕੀ ਲਾਭ ਹੈ। ਉਹਨਾਂ ਨੇ ਕਿਹਾ ਕਿ ਭਾਈ ਤੇ ਤੂੰ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ ਤੇ ਨਿਤ ਅੰਮ੍ਰਿਤ ਵੇਲੇ ਉੱਠ ਕਰਕੇ ਤੂੰ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਫਿਰ ਤੂੰ ਇੱਥੇ ਆ ਗਿਆ। ਤੇ ਅਸੀਂ ਤਾਂ ਸਿੱਧਾ ਮਹਾਰਾਜ ਜੀ ਦੇ ਡਾਇਰੈਕਟ ਦਰਸ਼ਨ ਨਹੀਂ ਕੀਤੇ, ਲੇਕਿਨ ਜਦੋਂ ਅਸਾਂ ਨੇ ਤੇਰੇ ਦਰਸ਼ਨ ਕਰਨੇ ਕੀਤੇ, ਕਿਉਂਕਿ ਤੂੰ ਨੇ ਮਹਾਰਾਜ ਜੀ ਦਾ ਦਰਸ਼ਨ ਕੀਤਾ, ਅਸਾਂ ਤੇਰੇ ਦਰਸ਼ਨ ਕੀਤੇ, ਤਾਂ ਕਰਕੇ ਸਾਡੇ ਅੰਦਰ ਇਹ ਤਬਦੀਲੀ ਆਈ। ਜੇ ਤੂੰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਰਦੋਂ ਤਾਂ ਅਸੀਂ ਤੇਰੇ ਭਾਵੇਂ ਜਿੰਨਾ ਮਰਜੀ ਦਰਸ਼ਨ ਕਰੀ ਜਾਏ ਤੇ ਸਾਡੇ ਵਿੱਚ ਇਹ ਤਬਦੀਲੀ ਨਹੀਂ ਆਉਣੀ ਸੀ। ਤੂੰ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਅਸਾਂ ਨੇ ਤੇਰੇ ਦਰਸ਼ਨ ਕੀਤੇ, ਤਾਂ ਕਰਕੇ ਇਹ ਲਾਭ ਜਿਹੜਾ ਹੈ ਸਾਨੂੰ ਪ੍ਰਾਪਤ ਹੋ ਰਿਹਾ ਹੈ। ਕਈ ਵਾਰੀ ਪਿਆਰਿਓ ਜੋ ਸ਼ਰਧਾ ਭਾਵਨਾ ਵਾਲੇ ਗੁਰੂ ਕੇ ਸਿੱਖ ਹੁੰਦੇ ਹਨ, ਕਿਉਂਕਿ ਅੱਜ ਤਾਂ ਪਿਆਰਿਓ ਅੱਜ ਕੱਲ ਇਹ ਰਿਵਾਜ ਹੀ ਨਹੀਂ ਰਿਹਾ, ਆਪਾਂ ਜ਼ਿਆਦਾ ਕਰਕੇ ਕੱਟਰਵਾਦ ਕੰਟਰੋਵਰਸੀ ਦੇ ਵਿੱਚ ਹੀ ਆਪਣਾ ਸਮਾਂ ਜਿਹੜਾ ਬਤੀਤ ਕਰ ਜਾਂਦੇ ਆ। ਪਹਿਲੇ ਜ਼ਮਾਨਿਆਂ ਦੇ ਵਿੱਚ ਪਿਆਰਿਓ ਜਦੋਂ ਕੋਈ ਬਜ਼ੁਰਗ ਜਿਹੜੇ ਹਨ ਜਾਂ ਕੋਈ ਜਾ ਕਰਕੇ ਦਰਸ਼ਨ ਕਰਕੇ ਆਉਂਦੇ, ਜਿਸ ਤਰ੍ਹਾਂ ਕੋਈ ਹਜੂਰੀ ਸਿੰਘ ਉਹ ਜਾ ਕਰਕੇ ਆਵੇ ਜੀ ਹਰਿਮੰਦਰ ਸਾਹਿਬ ਦੀ ਪੰਜਾਬ ਦੀ ਯਾਤਰਾ ਕਰਕੇ ਆਵੇ, ਹੇਮਕੁੰਟ ਸਾਹਿਬ ਦਰਸ਼ਨ ਕਰਕੇ ਆਵੇ, ਤਾਂ ਕਈ ਵਾਰੀ ਗੁਰੂ ਕੇ ਸਿੱਖ ਕੀ ਕਰਦੇ, ਜਦੋਂ ਉਹ ਦਰਸ਼ਨ ਕਰਕੇ ਆਉਂਦਾ ਨਾ ਹੱਥ ਜੋੜ ਕਰਕੇ ਉਹਦੇ ਚਰਨੀ ਹੱਥ ਲਾਉਂਦੇ ਤੇ ਕਹਿੰਦੇ ਧੰਨ ਹੈ ਗੁਰਸਿੱਖਾ ਤੇ ਅੱਜ ਤੇਰੇ ਦਰਸ਼ਨ ਹੋ ਗਏ।
ਅਸੀਂ ਤਾਂ ਨਹੀਂ ਜਾ ਸਕਦੇ ਹਾਂ ਉੱਥੇ, ਅਸੀਂ ਤਾਂ ਨਹੀਂ ਗਏ, ਲੇਕਿਨ ਤੇਰੇ ਦਰਸ਼ਨ ਕਰਨੇ ਕੀਤੇ। ਤੇਰੇ ਦਰਸ਼ਨਾਂ ਦੇ ਵਿੱਚ ਹੀ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋ ਗਏ। ਕਈ ਪਿਆਰਿਓ ਜੋ ਗੁਰੂ ਕੇ ਸਿੱਖ ਪੰਜਾਬ ਦੀ ਜਾਂ ਔਰ ਧਰਤੀ ਤੋਂ ਚੱਲ ਕਰਕੇ ਹਜੂਰ ਸਾਹਿਬ ਆ ਕਰਕੇ ਨਤਮਸਤਕ ਹੋ ਕਰਕੇ ਵਾਪਸ ਜਦੋਂ ਆਪਣੇ ਇਲਾਕਿਆਂ ਦੇ ਵਿੱਚ ਜਾਂਦੇ ਤਾਂ ਪਿਆਰਿਓ ਸਾਰਾ ਇਲਾਕਾ ਨਿਵਾਸੀ ਜਿਹੜਾ ਉਹਨਾਂ ਦਾ ਸਨਮਾਨ ਕਰਦਾ ਤੇ ਸਤਿਕਾਰ ਕਰਕੇ ਉਹਨਾਂ ਦੇ ਪੈਰੀ ਪੈਂਦੇ, ਕਹਿੰਦੇ ਕਿ ਭਾਈ ਤੂਨੇ ਹਜੂਰ ਸਾਹਿਬ ਦੇ ਦਰਸ਼ਨ ਕਰਦੇ ਕੀਤੇ, ਅਸੀਂ ਤਾਂ ਨਹੀਂ ਕੀਤੇ ਭਾਈ, ਪਤਾ ਨਹੀਂ ਅੱਗੇ ਹੋਣਗੇ ਜਾਂ ਨਹੀਂ, ਲੇਕਿਨ ਤੇਰੇ ਦਰਸ਼ਨ ਕਰਦੇ ਆ। ਤੇਰੇ ਦਰਸ਼ਨਾਂ ਦੇ ਵਿੱਚੋਂ ਸਾਨੂੰ ਹਜੂਰ ਸਾਹਿਬ ਦੇ ਦਰਸ਼ਨ ਹੋ ਗਏ। ਅੱਜ ਤਾਂ ਪਿਆਰਿਓ ਬਹੁਤ ਖੁੱਲਾ ਜਿਹਾ ਸਮਾਂ ਬਣ ਗਿਆ, ਆਉਣ ਜਾਣ ਦੇ ਬਹੁਤ ਜ਼ਿਆਦਾ ਸਾਧਨ ਬਣ ਗਏ ਹਨ, ਲੇਕਿਨ ਪਹਿਲੇ ਜ਼ਮਾਨਿਆਂ ਦੇ ਵਿੱਚ ਬਜ਼ੁਰਗਾਂ ਤੋਂ ਪਿਆਰਿਓ ਇਹ ਸੁਣੀ ਸੁਣਾਈ ਗੱਲ ਹੈ ਕਿ ਕੋਈ ਜਦੋਂ ਪੰਜਾਬ ਤੋਂ ਕੋਈ ਸ਼ਰਧਾਲੂ ਸਿੱਖ ਜਿਹੜਾ ਅੱਜ ਤੋਂ 40-45 ਸਾਲ ਪਹਿਲਾਂ ਦੀ ਗੱਲ ਹੈ, ਕੋਈ ਸਿੱਖ ਜਿਹੜਾ ਹੈ ਉਸ ਵੇਲੇ ਜ਼ਿਆਦਾ ਸਾਧਨ ਨਹੀਂ ਹੋਇਆ ਕਰਦੇ। ਕੋਈ ਗੁਰੂ ਦਾ ਪਿਆਰਾ ਜਦੋਂ ਆ ਕਰਕੇ ਹਜੂਰ ਸਾਹਿਬ ਦੀ ਯਾਤਰਾ ਕਰਕੇ ਜਦੋਂ ਵਾਪਸ ਪਿਆਰਿਓ ਆਪਣੇ ਨਗਰ ਆਪਣੇ ਪਿੰਡ ਦੇ ਵਿੱਚ ਜਾਂਦਾ ਸੀ ਨਾ, ਸਾਰੇ ਨਗਰ ਨਿਵਾਸੀ ਸਾਰੇ ਪਿੰਡ ਦੇ ਵਸਨੀਕ ਉਹ ਉਹਦਾ ਸਤਿਕਾਰ ਕਰਨ ਵਾਸਤੇ ਅਗਲਵੰਡੀ ਹੋ ਕਰਕੇ ਆਉਂਦੇ ਸਨ, ਬਹੁਤ ਉਹਦਾ ਸਨਮਾਨ ਕਰਦੇ, ਬੜਾ ਉਹਦਾ ਸਤਿਕਾਰ ਕਰਦੇ, ਕਹਿੰਦੇ ਕਿ ਹੱਥ ਜੋੜਨਾ, ਉਹਦੇ ਚਰਨੀ ਹੱਥ ਲਾਉਣਾ, ਇਹ ਪਿਆਰਿਓ ਸ਼ਰਧਾ ਭਾਵਨਾ ਵਾਲੀ ਗੱਲ ਹੁੰਦੀ ਹੈ। ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੂਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਅੱਗੋਂ ਤੇਰੇ ਅਸਾਂ ਨੇ ਦਰਸ਼ਨ ਕਰਨੇ ਕੀਤੇ, ਤਾਂ ਇਹ ਲਾਭ ਸਾਨੂੰ ਪ੍ਰਾਪਤ ਹੋਇਆ ਹੈ। ਤਿਨ ਕੋ ਦਰਸ਼ਨ ਹਮਹਿ ਕਰਾਵੋ। ਹੁਣ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਹੈ, ਇਨਡਾਇਰੈਕਟਲੀ ਅਸਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਭਾਵ ਕੇ ਹੁਣ ਤੱਕ ਤਾਂ ਸਿੱਧਾ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋਏ, ਤਾਂ ਕਰਕੇ ਸਾਡੀ ਇਹ ਅਵਸਥਾ ਬਣ ਗਈ ਹੈ। ਹੁਣ ਇੱਕ ਕੰਮ ਕਰ, ਕਿਰਪਾ ਕਰ, ਸਾਨੂੰ ਲੈ ਕੇ ਜਾ ਤੇ ਮਹਾਰਾਜ ਜੀ ਦੇ ਪ੍ਰਤੱਖ ਸਾਨੂੰ ਦਰਸ਼ਨ ਕਰਾਉਣਾ ਕਰ। ਮਹਾ ਮੋਹ ਕੋ ਪਰਮ ਮਿਟਾਵੋ। ਤੇ ਸਾਡੇ ਅੰਦਰ ਦਾ ਜੋ ਮੋਹ ਪਿਆ ਹੋਇਆ ਹੈ ਉਹਦੀ ਭਾਈ ਤੂੰ ਸਾਡੀ ਨਿਵਰਤੀ ਕਰਾਉਣਾ ਕਰ। ਹਰਖਤ ਵੈ ਤਿਨ ਸੰਗ ਲੈ ਚਲ ਆਏ ਗੁਰ ਪਾਸ। ਉਹ ਸਿੱਖ ਜਿਹੜਾ ਪਿਆਰਿਓ ਉਹਦੀ ਨਿਸ਼ਾ ਹੋ ਗਈ ਹੈ, ਉਹਨੂੰ ਆਪਣਾ ਜਵਾਬ ਪ੍ਰਾਪਤ ਹੋ ਗਿਆ ਕਿ ਸਾਧੂਆਂ ਦੇ ਦਰਸ਼ਨ ਕਰਨ ਦਾ, ਸਾਧੂ ਸੰਤਾਂ ਦੀ ਸੰਗਤ ਕਰਨ ਦਾ ਇਹ ਲਾਭ ਹੁੰਦਾ ਹੈ। ਸਾਧੂ ਦਾ ਜੋ ਦਰਸ਼ਨ ਕਰਦਾ, ਗੁਰੂ ਦਾ ਦਰਸ਼ਨ ਕਰਦਾ, ਉਹ ਤਾਂ ਨਿਹਾਲ ਹੁੰਦਾ, ਤੇ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰਨੇ ਕੀਤੇ ਅੱਗੋਂ ਉਹਨਾਂ ਦਾ ਵੀ ਕੋਈ ਦਰਸ਼ਨ ਕਰ ਦਵੇ ਤੇ ਉਹ ਵੀ ਨਿਹਾਲ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਸਿੱਖ ਦੀ ਜਦੋਂ ਨਿਸ਼ਾ ਹੋ ਗਈ ਹੈ, ਤਸੱਲੀ ਹੋ ਗਈ, ਬਹੁਤ ਪ੍ਰਸੰਨ ਹੋ ਕਰਕੇ ਉਹ ਜੋ ਸਿੱਖ ਉਹਨੇ ਉਹ ਅੱਗੇ ਜੋ ਮਨੁੱਖ ਬਣ ਗਏ ਸਨ, ਉਹਨਾਂ ਦੋਨਾਂ ਨੂੰ ਲੈ ਕੇ ਆਉਣਾ ਕੀਤਾ। ਕੋਈ ਅਧੀਨ ਬੰਧਨ ਕਰੈ ਕਟੀ ਮੋਹ ਕੀ ਫਾਸ। ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਅਧੀਨ ਹੋ ਕਰਕੇ ਉਹਨਾਂ ਨੇ ਡੰਡੌਤ ਬੰਧਨ ਕਰਨੀ ਕੀਤੀ ਤੇ ਉਹਨਾਂ ਦੀ ਮੋਹ ਦੀ ਫਾਂਸ ਮਹਾਰਾਜ ਜੀ ਨੇ ਕੱਢ ਦਿੱਤੀ ਹੈ। ਚੌਪਈ ਸ੍ਰੀ ਗੁਰ ਭਨਿਓ ਨਿਸ਼ਾ ਤਾ ਹੋਈ। ਹੁਣ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਸਿੱਖਾ ਤੇਰੀ ਤਸੱਲੀ ਹੋਏ ਕਿ ਹੋਈ ਕਿ ਨਹੀਂ ਹੋਈ ਹੈ। ਦੀਨ ਬਿਨੈ ਬੰਦੇ ਕਰ ਦੋਈ। ਉਸੇ ਵੇਲੇ ਸਿੱਖ ਨੇ ਦੋਵੇਂ ਹੱਥ ਜੋੜ ਕਰਕੇ ਬੰਦਨਾ ਕੀਤੀ। ਕਰਤਾ ਪੁਰਖ ਮਿਲੈ ਜਬ ਆ। ਕਹਿੰਦਾ ਸਤਿਗੁਰੂ ਮਹਾਰਾਜ ਜਦੋਂ ਆਪ ਸਾਖਸ਼ਾਤ ਕਰਤਾ ਪੁਰਖ ਆ ਕਰਕੇ ਮਿਲ ਜਾਵੇ, ਕਿਉਂ ਨਾ ਨਿਸ਼ਾ ਹੋਵੇ ਮਨ ਭਾਵ। ਉਹਨਾਂ ਦੀ ਨਿਸ਼ਾ ਮਨ ਭਾਵਕ ਨਿਸ਼ਾ ਤਸੱਲੀ ਕਿਉਂ ਨਾ ਹੋਵੇ, ਕਿਉਂਕਿ ਆਪ ਤਾਂ ਖੁਦ ਖੁਦਾ ਹੋ, ਕਰਤਾ ਪੁਰਖ ਹੋ ਮਹਾਰਾਜ। ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਕੀਤੇ, ਜਿਨ੍ਹਾਂ ਨੂੰ ਆਪ ਜੀ ਦੀ ਪ੍ਰਾਪਤੀ ਹੋ ਗਈ ਹੈ, ਉਹਨਾਂ ਦੀ ਤਾਂ ਪਿਆਰਿਓ ਤਸੱਲੀ ਹੋ ਜਾਂਦੀ ਹੈ, ਉਹ ਤਾਂ ਰੱਜ ਜਾਂਦੇ ਹਨ। ਸੁਣ ਕੇ ਪ੍ਰਭੂ ਕਿਰਪਾਲ ਤਹਿ ਕਾਲਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਸੁਣ ਕਰਕੇ ਬੋਲੇ ਬਚਨ ਪ੍ਰਸੀਦ ਵਿਸਾਲਾ। ਮਹਾਰਾਜ ਜੀ ਬਹੁਤ ਜ਼ਿਆਦਾ ਪ੍ਰਸੰਨ ਹੋ ਕਰਕੇ ਬਚਨ ਉਚਾਰਨ ਕੀਤਾ। ਜਨਮ ਮਰਨ ਕੇ ਬੰਧਨ ਤੇਰੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਸਿੱਖਾ ਜਨਮ ਮਰਨ ਦੇ ਜੋ ਤੇਰੇ ਬੰਧਨ ਹਨ, ਸੰਤ ਸੇਵ ਨਾਸ਼ੇ ਇੱਕ ਬੇਰੇ। ਤੂੰ ਨੇ ਸੰਤਾਂ ਦੀ ਸਾਡੀ ਸੇਵਾ ਕਰਨੀ ਕੀਤੀ ਹੈ ਤਾਂ ਇੱਕੋ ਵਾਰ ਤੇਰੇ ਸਾਰੇ ਬੰਧਨਾਂ ਦੀ ਬੰਦ ਖਲਾਸੀ ਹੋ ਗਈ। ਪਰਾ ਲਬਦ ਸੁ ਭੋਗਨ ਭੋਗ। ਤੇ ਹੁਣ ਪਰਾ ਲਬਦ ਅਨੁਸਾਰ
ਆਪਣੇ ਭੋਗ ਪਦਾਰਥਾਂ ਨੂੰ ਭੋਗ ਕਰਕੇ ਬਹਰੂ ਪ੍ਰਾਪਤ ਭੈ ਹਰ ਲੋਕ। ਇਹ ਮਾਤ ਲੋਕ ਦੀ ਯਾਤਰਾ ਪੂਰੀ ਕਰਕੇ ਫਿਰ ਬਾਅਦ ਦੇ ਵਿੱਚ ਤੈਨੂੰ ਹਰ ਲੋਕ ਪ੍ਰਮਾਤਮਾ ਦੇ ਲੋਕ ਦੀ ਪ੍ਰਾਪਤੀ ਹੋ ਜਾਵੇਗੀ। ਆਸ ਬਰ ਦੇ ਕਰ ਕੀਨ ਪਿਆਨਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਸਿੱਖ ਨੂੰ ਵਰ ਦੇ ਕਰਕੇ ਅੱਗੇ ਬਿਆਨਾ ਕੀਤਾ। ਕਲੁ ਮਿਟ ਹੈ ਚਹ ਕਰ ਧਿਆਨਾ। ਕਵੀ ਰਾਜ ਜੀ ਕਹਿੰਦੇ ਹਨ ਕਿ ਭਾਈ ਸਿੱਖੋ, ਸਤਿਗੁਰੂ ਮਹਾਰਾਜ ਜੀ ਦਾ ਦਰਸ਼ਨ ਕਰਨਾ ਤਾਂ ਇੱਕ ਪਾਸੇ ਰਹਿ ਗਿਆ, ਕਿਉਂਕਿ ਦਰਸ਼ਨ ਵੀ ਪਿਆਰਿਓ ਕਈ ਤਰ੍ਹਾਂ ਦੇ ਹੁੰਦੇ ਹਨ। 4 ਤਰ੍ਹਾਂ ਦੇ ਦਰਸ਼ਨ ਵਿਦਵਾਨ ਮੰਨਦੇ ਹਨ। ਪ੍ਰਤੱਖ ਦਰਸ਼ਨ ਹੋ ਗਿਆ ਤੇ ਸੁਪਨ ਦਰਸ਼ਨ ਹੋ ਗਏ ਹਨ। ਇਸ ਤਰ੍ਹਾਂ 4 ਤਰ੍ਹਾਂ ਦੇ ਦਰਸ਼ਨ ਹੁੰਦੇ। ਕਈ ਵਾਰੀ ਕੀ ਹੁੰਦਾ ਕਿ ਆਪਾਂ ਤਾਂ ਕਿਹਦਾ ਦਰਸ਼ਨ ਨਹੀਂ ਕਰਦੇ ਆ ਤੇ ਲੇਕਿਨ ਫਿਰ ਵੀ ਪਿਆਰਿਓ ਇੱਕ ਆਕ੍ਰਿਤੀ ਉਹਦੇ ਗੁਣਾਂ ਨੂੰ ਵੇਖ ਕਰਕੇ ਇੱਕ ਸਰੂਪ ਆਪਾਂ ਬਣਾ ਲੈਂਦੇ ਆ। ਇੱਕ ਚਿੱਤਰ ਦਰਸ਼ਨ ਹੁੰਦਾ ਕਿ ਭਾਈ ਕਿ ਹਾਂਜੀ ਫਲਾਣਾ ਜਿਹੜਾ ਹੈ ਉਹਦਾ ਚਿੱਤਰ ਵੇਖ ਲਿਓ। ਜਦੋਂ ਆਪਾਂ ਉਹਦਾ ਚਿੱਤਰ ਵੇਖਾਂ, ਰਾਜੀ ਨੇ ਬਦਲ ਗਿਆ ਨਾ ਕਿ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਭਾਵ ਕੇ ਜੋ ਗੁਰੂ ਕੀ ਮੂਰਤ ਹੈ, ਗੁਰ ਮੂਰਤ ਗੁਰ ਸ਼ਬਦ ਹੈ, ਗੁਰੂ ਕੇ ਸ਼ਬਦ ਦਾ ਵੀ ਜਿਹੜਾ ਧਿਆਨ ਧਾਰਨ ਕਰਦੇ ਹਨ, ਜਾਂ ਜੋ ਧਿਆਨ ਦੇ ਵਿੱਚ ਬੈਠ ਕਰਕੇ ਇੱਕ ਸਤਿਗੁਰੂ ਮਹਾਰਾਜ ਜੀ ਦੀ ਤਸਵੀਰ ਖਿੱਚ ਕਰਕੇ ਮਹਾਰਾਜ ਜੀ ਦੇ ਧਿਆਨ ਦੇ ਵਿੱਚ ਵੀ ਦਰਸ਼ਨ ਕਰਦੇ ਤੇ ਉਹਨਾਂ ਦੇ ਪਿਆਰਿਓ ਸਾਰੇ ਕਲੇਸ਼ ਮਿਟ ਜਾਂਦੇ ਹਨ। ਸ਼੍ਰੀ ਕਰਤਾਰਪੁਰੇ ਪੁਨ ਆਏ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੋਂ ਚੱਲ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ ਆ ਗਏ। ਮਿਲ ਕੇ ਸਭ ਸੇਵਕ ਹਰ ਖਾਏ। ਜਦੋਂ ਸਤਿਗੁਰੂ ਮਹਾਰਾਜ ਵਾਪਸ ਆਪਣੇ ਨਗਰ ਪਹੁੰਚਦੇ ਹਨ, ਗੁਰੂ ਕੇ ਸਿੱਖ ਸਾਰੇ ਸੇਵਕ ਬਹੁਤ ਜ਼ਿਆਦਾ ਪ੍ਰਸੰਨ ਹੋ ਗਏ। ਰਹੇ ਤਹਾਂ ਪੁਨ ਗਮਨੇ ਨਾਹੀ। ਹੁਣ ਕਵੀ ਰਾਜ ਜੀ ਕਹਿੰਦੇ ਹਨ, ਹੁਣ ਇਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਕਰਤਾਰਪੁਰ ਦੇ ਵਿੱਚ ਹੀ ਪੱਕਾ ਡੇਰਾ ਕਰਨਾ ਕੀਤਾ। ਉਹ ਤੋਂ ਅੱਗੇ ਸਤਿਗੁਰੂ ਮਹਾਰਾਜ ਫਿਰ ਕਦੇ ਬਾਹਰ ਨਹੀਂ ਨਿਕਲੇ। ਵਿਦਵਾਨਾਂ ਦਾ ਪਿਆਰਿਓ ਇਹ ਕਥਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਹੁਤ ਲੰਬਾ ਸਮਾਂ ਉਦਾਸੀ। ਵਿਦਵਾਨਾਂ ਦੀ ਆਪਣੀ ਆਪਣੀ ਮੱਤ ਹੈ, ਕੋਈ 13 ਕੋਈ 14 ਸਾਲ ਕਹਿੰਦਾ ਤੇ ਇੰਨਾ ਲੰਬਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਉਦਾਸੀ ਭਾਵ ਕੇ ਥਾਂ ਥਾਂ ਤੇ ਵਿਚਰ ਕਰਕੇ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕਰਨਾ ਕੀਤਾ। ਆਪ ਜੀ ਅਨੁਮਾਨ ਲਾਓ ਪਿਆਰਿਓ, ਕਿੱਥੇ ਕਾਬਲ ਕੰਧਾਰ ਹੈ, ਕਿੱਥੇ ਪਿਆਰਿਓ ਅਫਗਾਨਿਸਤਾਨ, ਕਿੱਥੇ ਮੱਕਾ ਮਦੀਨਾ ਹੈ, ਕਿੱਥੇ ਈਰਾਨ ਇਰਾਕ ਹੈ, ਕਿੱਥੇ ਸਿੰਗਲਾ ਦੀਪ ਹੈ, ਚਾਈਨਾ ਹੈ ਤੇ ਇਹਨਾਂ ਤਿੱਬਤ ਕਿੱਥੇ ਹੈ। ਇਹਨਾਂ ਇਲਾਕਿਆਂ ਦੇ ਵਿੱਚ ਮਹਾਰਾਜ ਜੀ ਨੇ ਪ੍ਰਚਾਰ ਪ੍ਰਸਾਰ ਕੀਤਾ ਤੇ ਜਦੋਂ ਭਾਈ ਮਰਦਾਨਾ ਜੀ ਚਲਾਣਾ ਕਰ ਜਾਂਦੇ ਹਨ, ਉਸ ਤੋਂ ਬਾਅਦ ਮਹਾਰਾਜ ਜੀ ਲੰਬੀ ਯਾਤਰਾ ਤੇ ਨਹੀਂ ਗਏ। ਉਦਾਸੀ ਨੂੰ ਮਹਾਰਾਜ ਜੀ ਨੇ ਰੋਕ ਦਿੱਤਾ ਤੇ ਹੁਣ ਸਿੱਖਾਂ ਦੀ ਪਰਖ ਕਰਨ ਵਾਸਤੇ ਸਤਿਗੁਰੂ ਮਹਾਰਾਜ ਜ਼ਿਆਦਾ ਲਾਂਬੇ ਨਹੀਂ ਗਏ ਹਨ। ਇਹ ਜੋ ਇਤਿਹਾਸ, ਇਹ ਸਾਖੀਆਂ ਇੱਥੇ ਚੱਲ ਰਹੀਆਂ, ਇਹ ਕਰਤਾਰਪੁਰ ਸਾਹਿਬ ਦੇ ਇਰਦ ਗਿਰਦ। ਅੱਜ ਹੋ ਸਕਦਾ ਕੁਝ ਇਲਾਕਾ ਪੰਜਾਬ ਵਿੱਚ ਰਹਿ ਗਿਆ, ਕੁਝ ਪਾਕਿਸਤਾਨ ਹੈ, ਉਹਨਾਂ ਇਲਾਕਿਆਂ ਦੇ ਵਿੱਚ ਵਿਚਰ ਕਰਕੇ ਮਹਾਰਾਜ ਜੀ ਨੇ ਸਿੱਖੀ ਦੀ ਪਰਖ ਕਰਨੀ ਕੀਤੀ। ਹੁਣ ਇਸ ਤੋਂ ਬਾਅਦ ਸਤਿਗੁਰੂ ਮਹਾਰਾਜ ਕਿੱਥੇ ਨਹੀਂ ਗਏ, ਕਰਤਾਰਪੁਰ ਦੇ ਵਿੱਚ ਚੌਂਕੜਾ ਲਾ ਲਿਆ, ਪੱਕਾ ਡੇਰਾ ਕੀਤਾ। ਕਰਹਿ ਦਰਸ ਨਰ ਕਲੁਖ ਨਸਾਹੀ। ਕਵੀ ਰਾਜ ਜੀ ਕਹਿੰਦੇ ਕਿ ਜਿਹੜਾ ਵੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਾ ਨਾ ਭਾਈ, ਉਹਦੇ ਸਾਰੇ ਪਾਪ ਨਿਵਰਤ ਹੋ ਜਾਂਦੇ। ਇੱਕ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਥੇ ਸਿੱਖਨ ਭਾਉ ਦੇਖਨ ਪ੍ਰਸੰਗ ਵਰਣਨੰ ਨਾਮ 44ਵਾਂ ਅਧਿਆਇ। ਇੱਥੇ ਪਿਆਰਿਓ ਇਸ ਅਧਿਆਇ ਦੀ 44ਵੇਂ ਅਧਿਆਇ ਦੀ ਸਮਾਪਤੀ ਹੈ। ਹੁਣ 45ਵਾਂ ਅਧਿਆਇ ਜਿਹੜਾ ਉਹਦੀ ਆਰੰਭਤਾ ਹੋ ਰਹੀ ਹੈ। ਦੋਹਰਾ ਨਮਹਿ ਨਮਹਿ ਪੁਨ ਪੁਨ ਨਮਹਿ ਸਤਿਗੁਰ ਬਚਨ ਅਨੂਪ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਅਗਲਾ ਜੋ ਪ੍ਰਸੰਗ ਦੀ ਆਰੰਭਤਾ ਹੋ ਰਹੀ ਹੈ, ਅਗਲਾ ਅਧਿਆਇ ਦੀ ਜੋ ਆਰੰਭਤਾ ਹੋ ਰਹੀ ਹੈ, ਕਿਉਂਕਿ ਪਿਆਰਿਓ ਨਾਨਕ ਪ੍ਰਕਾਸ਼ ਇਹ ਜੋ ਗ੍ਰੰਥ ਹੈ, ਇਹਦੇ ਵਿੱਚ ਕਵੀ ਰਾਜ ਜੀ ਨੇ ਜਦੋਂ ਵੀ ਕੋਈ ਨਵਾਂ ਅਧਿਆਇ ਆਰੰਭ ਹੁੰਦਾ ਤੇ ਅਧਿਆਇ ਦੀ ਆਰੰਭਤਾ ਤੋਂ ਪਹਿਲਾਂ ਉਹਨਾਂ ਨੇ ਮੰਗਲ ਕਰਨਾ ਕੀਤਾ। ਸਤਿਗੁਰਾਂ ਦਾ ਮੰਗਲ ਹੋ ਗਿਆ, ਸਾਧੂ ਸੰਤਾਂ ਦਾ ਮੰਗਲ ਹੋ ਗਿਆ, ਮਹਾਰਾਜ ਜੀ ਦੇ ਚਰਨਾਂ ਦਾ ਮੰਗਲ ਕੀਤਾ ਤੇ ਸਤਿਗੁਰੂ ਤੇ ਵਿਦਿਆ ਦਾ ਮੰਗਲ ਕੀਤਾ ਹੈ ਤੇ ਜੋ ਆਦ ਭਵਾਨੀ ਸ਼ਕਤੀ ਹੈ ਉਹਦਾ ਵੀ ਮੰਗਲ ਕਰਨਾ ਕੀਤਾ। ਤਰ੍ਹਾਂ ਤਰ੍ਹਾਂ ਦੇ ਮੰਗਲ ਕਵੀ ਰਾਜ ਜੀ ਨੇ ਕਰਨੇ ਕੀਤੇ।
ਹੁਣ ਇਹ ਜੋ ਮੰਗਲ ਜੋ ਹੈ ਗੁਰਬਾਣੀ ਦਾ ਮਹਾਤਮ, ਗੁਰਬਾਣੀ ਨਾਲ ਪਿਆਰਿਓ ਕੀ ਮਹਾਤਮ ਹੈ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਕਈ ਵਾਰੀ ਕਈ ਪੁੱਛਦੇ ਹਨ ਕਿ ਭਾਈ ਗੁਰਬਾਣੀ ਦਾ ਕੀ ਮਹਾਤਮ ਹੈ, ਪੜ੍ਹਨ ਦਾ ਕੀ ਮਹਾਤਮ ਹੈ, ਸੁਣਨ ਦਾ ਕੀ ਮਹਾਤਮ ਹੈ, ਤੇ ਇਹਦੇ ਅਰਥਾਂ ਦੀ ਵਿਚਾਰ ਕਰਨ ਦਾ ਕੀ ਮਹਾਤਮ ਹੈ, ਕਥਾ ਸੁਣਨ ਦਾ ਕੀ ਮਹਾਤਮ ਹੈ। ਹੁਣ ਗੁਰਬਾਣੀ ਦਾ ਜੋ ਮਹਾਤਮ ਹੈ, ਇਸ ਮੰਗਲ ਦੇ ਵਿੱਚ ਕਵੀ ਰਾਜ ਜੀ ਨੇ ਉਹਦਾ ਵਰਣਨ ਕਰਨਾ ਕੀਤਾ, ਗੁਰਬਾਣੀ ਦਾ ਮੰਗਲ ਕੀਤਾ। ਕਹਿੰਦੇ ਨਮਹਿ ਨਮਹਿ ਪੁਨ ਪੁਨ ਨਮਹਿ, ਕਿ ਮੈਂ ਗੁਰਬਾਣੀ ਨੂੰ ਨਮਸਕਾਰ ਕਰਾਂ, ਫਿਰ ਨਮਸਕਾਰ ਕਰਾਂ। ਬਾਤ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਕਿ ਮੈਂ ਡੰਡੌਤ ਬੰਦਨ ਕਰਨਾ ਕਰਾਂ, ਇੱਕ ਵਾਰੀ ਨਹੀਂ ਅਨੇਕ ਵਾਰ, ਅਨੇਕ ਵਾਰ। ਸਰਬ ਕਲਾ ਸਮਰੱਥ, ਕਿ ਐ ਪ੍ਰਮਾਤਮਾ ਸਤਿਗੁਰੂ ਜੀਓ ਆਪ ਦੀ ਸਰਬ ਕਲਾ ਸਮਰੱਥ ਹੋ, ਤੇ ਮੈਂ ਬਾਰ-ਬਾਰ ਆਪ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ, ਡੰਡੌਤ ਕਰਦਾ ਹਾਂ। ਨਮਸਕਾਰ ਤਾਂ ਕੋ ਲੱਖ ਵਾਰ, ਇਹ ਮਨ ਦੀਜੈ ਤਾਂ ਕੋ ਵਾਰ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਸੁਖਮਨੀ ਸਾਹਿਬ ਦੀ ਆਰੰਭਤਾ ਦੇ ਵਿੱਚ, ਆਦ ਗੁਰ ਏ ਨਮਹਿ, ਜੁਗਾਦ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ਼੍ਰੀ ਗੁਰਦੇਵ ਏ ਨਮਹਿ। ਆਦ ਗੁਰੂ ਪਰਮਾਤਮਾ ਉਹਨੂੰ ਨਮਸਕਾਰ ਹੈ, ਜੋ ਜੁਗਾਦ ਦੇ ਵਿੱਚ ਰਹਿਣ ਵਾਲਾ ਉਹਨੂੰ ਮੇਰੀ ਨਮਸਕਾਰ ਹੈ, ਸਤਿਗੁਰੂ ਨੂੰ ਮੇਰੀ ਨਮਸਕਾਰ, ਸ਼੍ਰੀ ਗੁਰੂ ਨੂੰ ਮੇਰੀ ਨਮਸਕਾਰ। ਇਸ ਤਰ੍ਹਾਂ ਕਵੀ ਰਾਜ ਜੀ ਕਹਿੰਦੇ ਇੱਕ ਵਾਰੀ ਨਹੀਂ ਅਨੇਕ ਵਾਰ ਮੈਂ ਸਤਿਗੁਰੂ ਮਹਾਰਾਜ ਜੀ ਦੇ ਬਚਨ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਥਾਰੇ, ਤੇ ਵੱਡੇ ਵੱਡੇ ਜੋ ਨਿਰਗੁਣ ਹਨ ਉਹਨਾਂ ਦਾ ਨਿਸਤਾਰਾ ਕਰਨਾ ਕੀਤਾ, ਤੇ ਕਿਹਾ ਕਿ ਮਹਾਰਾਜ ਜੀ ਦੇ ਜੋ ਬਚਨ ਹਨ ਅਨੂਪ ਹਨ। ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਕੋਹ ਕਨ ਕੋਕਲਾ ਤਰਲ ਜਵਾਨੀ, ਕਿ ਸਤਿਗੁਰੂ ਮਹਾਰਾਜ ਜੀ ਦੇ ਬਚਨ ਉਪਮਾ ਤੋਂ ਰਹਿਤ ਹੈ, ਉਪਮਾ ਕਹੀ ਨਾ ਜਾਏ, ਮੇਰੇ ਪ੍ਰਭ ਕੀ ਉਪਮਾ ਕਹੀ ਨਾ ਜਾਏ। ਉਪਮਾ ਤੋਂ ਰਹਿਤ ਜੋ ਸਤਿਗੁਰੂ ਮਹਾਰਾਜ ਜੀ ਦੇ ਬਚਨ ਹਨ, ਜੋ ਗੁਰਬਾਣੀ ਹੈ, ਮੈਂ ਗੁਰਬਾਣੀ ਨੂੰ ਭਾਵ ਕੇ ਪਿਆਰਿਓ, ਗੁਰਬਾਣੀ ਦਾ ਮਤਲਬ ਕਿ ਜਿਹਦੇ ਵਿੱਚ ਗੁਰਬਾਣੀ ਦਾ ਸੰਚਿਤ ਕੀਤਾ ਹੋਇਆ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਗੁਟਕਾ ਸਾਹਿਬ ਹੋ ਗਿਆ, ਜਿਹਦੇ ਵਿੱਚ ਵੀ ਗੁਰਬਾਣੀ ਦੀ ਲਿਖੀ ਹੋਈ ਹੈ, ਭਾਵ ਕਿ ਮੈਂ ਉਹਨੂੰ ਬਾਰ-ਬਾਰ ਨਮਸਕਾਰ ਕਰਦਾ ਹਾਂ, ਡੰਡੌਤ ਕਰਦਾ ਹਾਂ। ਜਿਨ ਕੇ ਸੁਨਤਿਓ ਤਜ ਕਸ਼ਟ, ਅੱਗੇ ਦੱਸਦੇ ਹਨ ਜੋ ਗੁਰਬਾਣੀ ਨੂੰ ਜਦੋਂ ਆਪਾਂ ਸੁਣਦੇ ਹਾਂ, ਭਾਵ ਕਿ ਜਦੋਂ ਆਪਾਂ ਸਰਵਣ ਕਰਦੇ ਹਾਂ, ਤੇ ਸਰਵਣ ਕਰਨ ਕਰਕੇ ਸਾਰੇ ਕਸ਼ਟਾਂ ਦੀ ਨਿਵਰਤੀ ਹੋ ਜਾਂਦੀ ਹੈ। ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਥਾ ਆਪਾਂ ਜਦੋਂ ਪੜ੍ਹਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਲਪੁਰ ਪਹੁੰਚਦੇ ਹਨ। ਉੱਥੋਂ ਦੇ ਲੋਕਾਂ ਨੇ ਮਹਾਰਾਜ ਜੀ ਨੂੰ ਰਹਿਣ ਦਾ ਟਿਕਾਣਾ ਨਹੀਂ ਦਿੱਤਾ, ਤੇ ਬਾਰ-ਬਾਰ ਇੱਕ ਕੋੜੀ ਰਹਿੰਦਾ ਸੀ, ਤੇ ਕਹਿ ਦਿੱਤਾ ਸਤਿਗੁਰੂ ਮਹਾਰਾਜ ਉੱਥੇ ਬਾਰ-ਬਾਰ ਮੁਸਾਫਰਖਾਨਾ ਹੈ, ਉੱਥੇ ਚੱਲ ਜਾਓ। ਸਤਿਗੁਰੂ ਮਹਾਰਾਜ ਨੂੰ ਤਾਂ ਪਤਾ ਸੀ। ਜਦੋਂ ਸਤਿਗੁਰੂ ਮਹਾਰਾਜ ਉੱਥੇ ਗਏ ਤੇ ਜਾ ਕਰਕੇ ਪਿਆਰਿਓ ਭਾਈ ਮਰਦਾਨਾ ਅੰਦਰ ਗਿਆ, ਤੇ ਪਿਛਲੇ ਪੈਰੀ ਉਹ ਵਾਪਸ ਆ ਗਿਆ, ਮੂੰਹ ਦੇ ਉੱਤੇ ਪੱਲਾ ਰੱਖਿਆ ਹੋਇਆ, ਤੇ ਬਾਹਰ ਆ ਕਰਕੇ ਕਹਿੰਦਾ ਮਹਾਰਾਜ ਇੰਨੀ ਬਦਬੂ ਹੈ, ਮੈਨੂੰ ਤਾਂ ਉਲਟੀ ਆ ਰਹੀ ਹੈ। ਅੰਦਰ ਇੱਕ ਕੋੜੀ ਹੈ, ਉਹ ਚੀਕਾਂ ਮਾਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਦਾ ਕੋੜੀ ਦਾ ਉਧਾਰ ਕਰਨ ਵਾਸਤੇ ਤੇ ਉਹਦੇ ਕੁਟੀਆ ਦੇ ਬਾਰ-ਬਾਰ ਬੈਠ ਕਰਕੇ ਮਹਾਰਾਜ ਜੀ ਨੇ ਕਿਹਾ ਭਾਈ ਹੁਣ ਕਿੱਥੇ ਨਹੀਂ ਜਾਣਾ, ਇੱਥੇ ਹੀ ਆਪਾਂ ਨੇ ਡੇਰਾ ਕਰਨਾ ਹੈ। ਅੱਧੀ ਰਾਤ ਨੂੰ ਜਦੋਂ ਸ਼ਬਦ ਦਾ ਉਚਾਰਨ ਕੀਤਾ, ਧਨਾਸਰੀ ਰਾਗ ਦੇ ਵਿੱਚ ਗਾਇਆ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਣ ਪਾਣੀ ਵਿਸਰ ਜਾਏ, ਜੂ ਪੱਕਾ ਰੋਗੀ ਬਿਲ ਲਾਏ। ਤੇ ਜਦੋਂ ਇਹ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਨਾ ਕੀਤਾ, ਤੇ ਸ਼ਬਦ ਨੂੰ ਸੁਣਦੇ ਸਾਥ ਹੀ ਉਹ ਕੋੜੀ ਦਾ ਕਸ਼ਟ ਜਿਹੜਾ ਉਹ ਜਾਂਦਾ ਰਿਹਾ ਉਹਦਾ ਕਸ਼ਟ। ਤੇ ਜਦੋਂ ਸ਼ਬਦ ਦੀ ਸੰਪੂਰਨਤਾ ਹੋ ਗਈ, ਇੱਕਦਮ ਪਿਆਰਿਓ ਕੋੜੀ ਜਿਹੜਾ ਸ਼ਾਂਤ ਹੋ ਗਿਆ, ਜਿਹਨੂੰ ਟੀਸਾਂ ਵੱਜਦੀਆਂ ਸਨ, ਚੀਕਾਂ ਮਾਰਦਾ ਸੀ, ਹਾਏ ਹਾਏ ਕਰਲਾਪ ਕਰਦਾ। ਗੁਰੂ ਕੀ ਬਾਣੀ ਦਾ ਜਾਪ ਸੁਣ ਕਰਕੇ ਇੱਕਦਮ ਪਿਆਰਿਓ ਉਹ ਨਵਾਂ ਨਰੋਗਾ ਹੋ ਗਿਆ। ਇਹੋ ਜੀ ਹੈ ਸਤਿਗੁਰੂ ਮਹਾਰਾਜ ਜੀ ਦੀ ਬਾਣੀ, ਜਿਹਨੂੰ ਸੁਣ ਕਰਕੇ ਵੱਡੇ ਤੋਂ ਵੱਡੇ ਕਸ਼ਟ ਜਿਹੜੇ ਹਨ ਉਹਨਾਂ ਦੀ ਨਿਵਰਤੀ ਹੋ ਜਾਂਦੀ ਹੈ। ਆਪ ਨੂੰ ਪਤਾ ਹੋਵੇਗਾ ਪਿਆਰਿਓ, ਕਈ ਜੋ ਹਨ ਉਹਨਾਂ ਨੇ ਆਪਣਾ ਅਨੁਭਵ ਦੱਸਣਾ ਕੀਤਾ।
ਵੱਡੇ ਵੱਡੇ ਜੋ ਵਿਗਿਆਨਿਕ ਸਨ ਤੇ ਆਪਨੇ ਵੇਖਿਆ ਹੋਵੇਗਾ ਕਈ ਵਾਰੀ ਟੈਲੀਵਿਜ਼ਨ ਮੀਡੀਆ ਦੇ ਰਾਹੀਂ, ਤੇ ਉਹ ਜਿਹੜਾ ਸ਼ਰਧਾਲੂ ਬਣ ਕਰਕੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਆਇਆ, ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਭਾਈ ਤੂੰ ਬਚ ਨਹੀਂ ਸਕਦਾ। ਉਹਨੇ ਇਕਾਗਰ ਚਿੱਤ ਹੋ ਕਰਕੇ ਜਦੋਂ ਬਾਣੀ ਦਾ ਜਾਪ ਸਰਵਣ ਕਰਦਾ, ਉਹਦੇ ਸਾਰੇ ਕਸ਼ਟ ਜਿਹੜੇ ਹਨ ਜਾਂਦੇ ਰਹੇ। ਇੱਕਦਮ ਫਿਰ ਉਹ ਨਵਾਂ ਨਰੋਗਾ ਬਣ ਗਿਆ। ਜਾਣੈ ਸਹਿਜ ਸਰੂਪ, ਇੱਕ ਤਾਂ ਕਸ਼ਟਾਂ ਦੀ ਨਿਵਰਤੀ ਹੋ ਜਾਂਦੀ ਹੈ, ਤੇ ਜੋ ਸਾਡਾ ਸਹਿਜ ਸਰੂਪ ਹੈ, ਨਿਜ ਸਰੂਪ ਹੈ, ਆਤਮਿਕ ਸਰੂਪ ਹੈ, ਬੰਦਾ ਬਾਣੀ ਦੇ ਨਾਲ ਲੱਗ ਕਰਕੇ ਉਹ ਜਾਣ ਲੈਂਦਾ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਬਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, ਹੈ ਅਪਰੰਪਰ ਹਰ ਹਰੇ, ਹੈ ਵੀ ਹੋਵਨਹਾਰ, ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ, ਰਾਖਾਂ ਹੀਐ ਪਰੋਏ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤਾ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਤਰੈ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੁਸਿੰਗ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਬਾਹੂ ਬਾਹੂ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਚੋਜੀ ਪਿਆਰੇ ਗੋਬਿੰਦ ਸਿੰਘ ਜੀ, ਬਾਹੂ ਬਾਹੂ ਗੋਬਿੰਦ ਸਿੰਘ ਜੀ, ਵਾਹੋ ਵਾਹੋ
ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਦੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ ਦੀਆਂ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ